ब्रेक तो बाद प्रोग्राम ਦੇ ਵਿੱਚ ਸ਼ਾਮਲ ਹੋਣ ਲਈ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ। ਗੱਲਬਾਤ ਉਸੇ ਤਰ੍ਹਾਂ ਹੀ ਜਾਰੀ ਰੱਖਦੇ ਹਾਂ। ਗੱਲਬਾਤ ਦਾ ਮੁੱਦਾ ਵੀ ਹਿੰਦੁਸਤਾਨ ਦੇ ਵਿੱਚ ਹੀ ਰੱਖਿਆ ਜਾਊਗਾ। ਜਿਹੜੀ ਅਗਲੀ ਪੱਖ ਦੀ ਖਬਰ ਆ ਰਹੀ ਆ ਗੁਜਰਾਤ ਦੇ ਉਸ ਅੰਦੋਲਨ ਬਾਰੇ ਜਿਹੜੀ ਕਿ ਪਾਟੀਦਾਰ ਅਨਾਮਿਤ ਅੰਦੋਲਨ ਸਮਤੀ ਵੱਲੋਂ 22 ਸਾਲਾਂ ਦੇ ਵਿੱਚ ਹਾਰਦਿਕ ਪਟੇਲ ਦੀ ਅਗਵਾਈ ਦੇ ਵਿੱਚ ਅੰਦੋਲਨ ਕੀਤਾ ਜਾ ਰਿਹਾ, ਉਸ ਨੇ ਇੱਕ ਹਿੰਸਾ ਦੇ ਰੂਪ ਵਿੱਚ ਧਾਰਨ ਕਰ ਲਿਆ। ਥੋੜਾ ਜਿਹਾ ਯਾਦ ਕਰਵਾਉਣਾ ਚਾਹੁੰਦਾ ਹਾਂ कि हार्दिक पटेल एक 22 साल का एक आम नौजवान आ। उसने ये रैली की सी मंगलवार नूं, जिस दे विच आलमोस्ट मिलियन या 10 लाख लोग शामिल होए सीगे। राखवेंकरण की जिहड़ी मंग आ उस मंग के लिए पहलां भी अंदोलन हुंदे रहे ने, जिवें मंडल कमिशन का अंदोलन होया सी। उस वेले दे पूर्व प्रधानमंत्री VP ਸਿੰਘ ਦੀ ਜਦੋਂ ਉਹਨਾਂ ਨੇ ਰਾਖਵੇਂਕਰਨ ਦੀ ਮੰਡਲ ਕਮਿਸ਼ਨ ਲਾਗੂ ਕੀਤਾ ਸੀ, ਕਾਫੀ ਹਿੰਸਾ ਦਾ ਰੂਪ ਅੰਦੋਲਨ ਧਾਰਨ ਕਰ ਗਿਆ ਸੀ। ਇਸ ਮੰਗਲਵਾਰ ਨੂੰ ਹੋਈ ਰੈਲੀ ਤੋਂ ਬਾਅਦ ਆਲਮੋਸਟ 2000 ਵਿਅਕਤੀਆਂ ਨੇ ਭੁੱਖ ਹੜਤਾਲ ਤੇ ਮਰਨ ਵਰਤ ਤੇ ਧਮਕੀ ਦਿੱਤੀ, ਜਾਂ ਜਦੋਂ ਬੈਠਣਾ ਚਾਹਿਆ ਤਾਂ ਹਿੰਸਾ ਦੇ ਵਿੱਚ ਕਈ ਲੋਕ ਮਾਰੇ ਗਏ, ਹਿੰਸਾ ਵੀ ਹੋਈ। ਪਰ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਗੁਜਰਾਤ ਦੇ ਪਹਿਲੇ ਮੁੱਖ ਮੰਤਰੀ ਜਿਹੜੇ ਕਿ ਹੁਣ ਵੇਲੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ, ਜਦੋਂ ਪਹਿਲਾਂ ਹਿੰਸਾ ਹੋਈ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਉੱਥੇ ਦੰਗੇ ਹੋਏ ਸੀ, ਤੇ ਜਿਹੜੀ ਇਸ ਵੇਲੇ ਦੀ ਮੁੱਖ ਮੰਤਰੀ ਨੰਦੀਬਾਈ ਪਟੇਲ ਆ, ਉਹਨਾਂ ਨੇ ਕਿਹਾ ਹੋਇਆ ਕਿ ਸਾਡੇ ਤਾਂ ਦੰਗਿਆਂ ਦਾ ਨਾਂ ਲੈਣਾ ਵੀ ਭੁੱਲ ਚੁੱਕੇ ਨੇ ਲੋਕੀ ਕਿ ਦੰਗੇ ਹੁੰਦੇ ਨੇ, ਪਰ ਰਾਖਵੇਂਕਰਨ ਦੇ ਵਿਰੁੱਧ ਵਿੱਚ ਜਿਹੜੇ ਦੰਗੇ ਹੋਏ ਨੇ ਉਸ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ। ਗੱਲਬਾਤ ਸ਼ੁਰੂ ਕਰਾਂਗੇ ਹਰਪ੍ਰੀਤ ਜੀ ਤੋਂ ਕਿ ਜਿਹੜੀ ਇਹ ਰੈਲੀ ਹੋਈ ਸੀ, ਰੈਲੀ ਤੋਂ ਬਾਅਦ ਜਿਹੜੇ ਦੰਗੇ ਹੋਏ ਨੇ ਉਸ ਦੇ ਲਈ ਇਹ ਕੀ ਸੋਚਦੇ ਨੇ। ਦਵਿੰਦਰ ਜੀ, ਪਹਿਲਾਂ ਤਾਂ ਜਿਹੜੀ ਇੱਕ ਰੈਲੀ ਹੋਈ ਹਾਰਦਿਕ ਪਟੇਲ ਜੀ ਜੋ ਕਿ ਇੱਕ ਉੱਭਰ ਕੇ ਸਾਹਮਣੇ ਆਏ, ਇੱਕ ਸਰਪ੍ਰਾਈਜ਼ ਆ। ਪਰ ਜੇ ਆਪਾਂ ਦਰਸ਼ਕਾਂ ਨੂੰ ਥੋੜਾ ਜਿਹਾ ਦੱਸ ਦਈਏ ਕਿ ਬੇਸਿਕਲੀ ਪਟੇਲ ਬਰਾਦਰੀ ਵੱਲੋਂ ਕੀਤਾ ਜਾ ਰਿਹਾ, ਉਹ ਕਹਿ ਰਹੇ ਨੇ ਕਿ ਸਾਨੂੰ OBC ਵਿੱਚ ਸ਼ਾਮਿਲ ਕਰੋ। ਇੱਕ ਗੱਲ ਨਾਲ ਤੇ ਮੈਂ ਕਿਤੇ ਨਾ ਕਿਤੇ ਦਵਿੰਦਰ ਜੀ ਹਾਰਦਿਕ ਪਟੇਲ ਜੀ ਨਾਲ ਐਗਰੀ ਹਾਂ, ਜੋ ਉਹਨਾਂ ਨੇ ਐਗਜ਼ਾਮਪਲ ਦਿੱਤਾ ਸੀ ਕਿ ਮੇਰੀ ਸਿਸਟਰ ਦੇ 84% ਆਏ ਤੇ ਉਹਨਾਂ ਦੇ ਨਾਲ ਇੱਕ ਹੋਰ ਫਰੈਂਡ ਸੀ, ਉਹਦੇ 81% ਆਏ। ਉਹ 81% ਵਾਲੀ ਕੁੜੀ ਸਿਲੈਕਟ ਹੋ ਗਈ ਕਿ ਕੋਰਸ ਵਿੱਚ ਇੰਡੀਆ ਵਿੱਚ, ਤੇ 84% ਵਾਲੀ ਕੁੜੀ ਸਿਲੈਕਟ ਨਹੀਂ ਹੋਈ। ਰੀਜ਼ਨ ਇਹ ਸੀ ਕਿਉਂਕਿ ਜਿਹੜੀ 81% ਵਾਲੀ ਕੁੜੀ ਆ ਉਹ OBC 'ਚ ਆ, ਤੇ ਇਹਦੇ ਕਰਕੇ ਬੇਸਿਕਲੀ ਜੇ ਅੰਦੋਲਨ ਸ਼ੁਰੂ ਹੋਇਆ ਸੀ ਕਿ ਸਾਨੂੰ OBC ਵਿੱਚ ਸ਼ਾਮਿਲ ਕੀਤਾ ਜਾਵੇ। ਪਰ ਦੇਖੋ ਕਿਤੇ ਨਾ ਕਿਤੇ ਇਹ 'ਚ ਮਾਈਂਡਸੈਟ ਜਿਹੜਾ ਵਾ ਇੰਡੀਆ 'ਚ ਅਜੇ ਵੀ ਗਲਤ ਆ। ਇੰਸਟੈਂਟ ਆਫ ਇਹ ਕਹਿਣਾ ਕਿ ਇਹ ਜਿਹੜੇ ਰਿਜ਼ਰਵੇਸ਼ਨਾਂ ਨੂੰ ਘੱਟ ਕੀਤਾ ਜਾਵੇ, ਇਹਨਾਂ ਨੂੰ ਖਤਮ ਕੀਤਾ ਜਾਵੇ, ਸਾਰਿਆਂ ਨੂੰ ਬਰਾਬਰ ਮੰਨਿਆ ਜਾਵੇ। ਦੂਜਾ ਇਹ ਕਹਿ ਰਹੇ ਨੇ ਕਿ ਸਾਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ। ਜੇ ਆਪਾਂ ਵੇਖੀਏ ਤੇ ਜਿਹੜੇ ਪਟੇਲਸ ਨੇ, ਜਾਂ ਆਪਾਂ ਗੁਜਰਾਤੀ ਉੱਦਾਂ ਹੀ ਕਹਿ ਦਿੰਦੇ ਹਾਂ ਕਿ ਬਿਜ਼ਨਸ ਬਹੁਤ ਸਮਾਰਟ ਹੁੰਦੇ ਨੇ। ਇੰਡੀਆ ਦਾ ਜਿੰਨਾ ਹੀਰਿਆਂ ਦਾ ਕਾਰੋਬਾਰ ਹੈ, ਡਾਇਮੰਡ ਦਾ ਕਾਰੋਬਾਰ ਹੈ, ਇਹਨਾਂ ਕੋਲ ਆ, ਇੱਕ ਆਧੀ ਰਿਜ਼ਰਵੇਸ਼ਨ ਮੰਗਦੇ ਪਏ ਨੇ। ਜਦੋਂ ਗੱਲਬਾਤ ਪਟੇਲ ਸਮੁਦਾਇ ਦੀ ਕੀਤੀ ਜਾਵੇ, ਜਾਂ ਅਸੀਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰਦੇ ਹਾਂ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਆਉਂਦੇ ਹਾਂ, ਕਾਫੀ ਮਿਹਨਤ ਕਰਕੇ ਆਪਣੇ ਬਿਜ਼ਨਸ ਨੂੰ ਪ੍ਰਫੁੱਲਿਤ ਕਰਕੇ ਇੱਕ ਮਾਣ ਮਹਿਸੂਸ ਕਰਦੇ ਹਾਂ। ਉਸੇ ਤਰ੍ਹਾਂ ਹੀ ਪਟੇਲ ਭਾਈਚਾਰਾ, ਜਿਹੜੇ ਕਿ ਜ਼ਿਆਦਾਤਰ ਪਟੇਲ ਭਾਈਚਾਰੇ ਦੇ ਲੋਕੀ ਗੁਜਰਾਤ ਦੇ ਵਿੱਚੋਂ ਹੀ ਆਏ ਨੇ। ਨਾਰਥ ਅਮਰੀਕਾ, ਯੂਰਪ ਜਾਂ ਕਿਸੇ ਅਫਰੀਕਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪਟੇਲ ਭਾਈਚਾਰੇ ਨੇ ਆਪਣੀ ਮਿਹਨਤ ਸਦਕਾ ਕਾਫੀ ਵਾਹਵਾ ਖੱਟੀ ਆ। ਕਿਹਾ ਜਾਂਦਾ ਕਿ ਪਟੇਲ ਭਾਈ ਬਿਜ਼ਨਸ ਦੇ ਵਿੱਚ ਇੰਨੇ ਸਮਾਰਟ ਨੇ ਕਿ ਕਿਸੇ ਲਈ ਉਹ ਕੰਮ ਕਰਨਾ ਪਹਿਲਾਂ ਤਾਂ ਪਸੰਦ ਨਹੀਂ ਕਰਦੇ, ਦੂਜੇ ਪਾਸੇ ਆਪਣਾ ਬਿਜ਼ਨਸ ਸਮਾਲ ਬਿਜ਼ਨਸ ਤੋਂ ਸ਼ੁਰੂ ਕਰਕੇ ਹੋਟਲਾਂ ਤੱਕ, ਮੋਟਲਾਂ ਛੋਟਲਾਂ ਤੋਂ ਸ਼ੁਰੂ ਹੋ ਕੇ ਕਾਫੀ ਵੱਡੇ ਵੱਡੇ ਬਿਜ਼ਨਸ ਸਥਾਪਿਤ ਕੀਤੇ ਗਏ ਨੇ। ਪਰ ਮੈਂ ਗੱਲਬਾਤ ਉਸੇ ਹੀ ਫੈਡਰਲ ਇਲੈਕਸ਼ਨ ਤੇ ਲੈ ਕੇ ਜਾਣਾ ਚਾਹੁੰਦਾ ਕਿ ਜਦੋਂ ਮੋਦੀ ਸਾਹਿਬ ਨੇ, ਹਾਲਾਂਕਿ ਜਿਹੜਾ 17% ਪਟੇਲ ਸਮੁਦਾਇ ਆ ਗੁਜਰਾਤ ਦੇ ਵਿੱਚ, ਪਿੰਡਾਂ ਦੇ ਵਿੱਚ ਸਾਰੀ ਫਾਰਮਿੰਗ ਕਰਦੇ ਨੇ। ਜੇ ਸੂਰਤ ਵਰਗੇ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਤੁਸੀਂ ਦੱਸਿਆ ਹੀਰੇ ਦੇ ਵਪਾਰੀ ਨੇ, ਹੀਰੇ ਦੇ ਉਦਯੋਗ ਵਿੱਚ ਸ਼ਾਮਲ ਨੇ, ਪਰ ਉਦਯੋਗ ਨੂੰ ਕਾਫੀ ਹੁਣ ਥੋੜੀ ਜਿਹੀ ਇਕਨੋਮੀ ਸਲੋ ਡਾਊਨ ਹੋ ਚੁੱਕੀ ਆ। ਦੂਜੇ ਪਾਸੇ ਫਾਰਮਿੰਗ ਵੀ ਸਲੋ ਹੋਈ ਆ, ਤੇ ਜਿਹੜੇ ਮੋਦੀ ਸਾਹਿਬ ਨੇ ਇਕਨੋਮੀ ਦੇ ਵੱਡੇ ਵੱਡੇ ਗੱਫੇ ਵੰਡੇ ਸੀ, ਹੁਣ ਪਟੇਲ ਸਮੁਦਾਇ ਦਾ ਕਹਿਣਾ ਕਿ ਉਹ ਗੱਫੇ ਸਿਰਫ 5 ਇੰਡਸਟਰੀਅਲਿਸਟ ਨੂੰ ਦਿੱਤੇ ਗਏ ਨੇ। ਉਹਨਾਂ ਨੂੰ ਗੱਫੇ ਦੇਣ ਦੇ ਨਾਲ ਪਹਿਲਾਂ ਤਾਂ ਉਹਨਾਂ ਦੀ ਕਿਸਾਨੀ ਪ੍ਰਭਾਵਿਤ ਹੋਈ ਆ ਜਿਹੜੇ ਛੋਟੇ ਪਿੰਡਾਂ ਦੇ ਵਿੱਚ ਰਹਿੰਦੇ ਨੇ, ਦੂਜੇ ਪਾਸੇ ਸਮਾਲ ਬਿਜ਼ਨਸ ਵੀ ਪ੍ਰਭਾਵਿਤ ਹੋਏ ਨੇ ਕਿ ਜਿਹੜੀ ਜੌਬ ਕ੍ਰੀਏਸ਼ਨ ਆ ਉਹ 5 ਜਿਹੜੇ ਉਦਯੋਗਪਤੀਆਂ ਨੂੰ ਗੱਫੇ ਵੰਡਣ ਦੇ ਨਾਲ ਕੋਈ ਏਡੀ ਵੱਡੀ ਉਹਨਾਂ ਨੇ ਜੌਬ ਕ੍ਰੀਏਸ਼ਨ ਨਹੀਂ ਕੀਤੀ ਕਿ ਪਟੇਲ ਸਮੁਦਾਇ ਦੇ ਲੋਕਾਂ ਨੂੰ ਜੌਬ ਮਿਲੇ ਹੋਣ। ਦੂਜੇ ਪਾਸੇ ਜਿਹੜਾ ਪਟੇਲ ਸਮੁਦਾਇ ਨਾਰਥ ਅਮਰੀਕਾ, ਯੂਰਪ, ਜਿਵੇਂ ਅਫਰੀਕਾ ਦੇ ਵਿੱਚ ਆ, ਉਹ ਕਾਫੀ ਸੈਟਲ ਹੋ ਚੁੱਕਿਆ। ਜਿਹੜਾ ਵਾਪਸ ਹਿੰਦੁਸਤਾਨ ਦੇ ਵਿੱਚ ਰਹਿ ਗਿਆ, ਜਿਵੇਂ ਕਹਿੰਦੇ DNA ਤਾਂ ਉਹੀ ਆ, ਪਰ ਉਸ ਦੀ ਜਿਹੜੀ ਆਰਥਿਕ ਹਾਲਤ ਆ ਉਹ ਕਾਫੀ ਵਿਗੜ ਚੁੱਕੀ ਆ। ਦੂਜੇ ਪਾਸੇ ਇੱਕ ਹੋਰ ਦੱਸਣਾ ਚਾਹੁੰਦਾ ਕਿ ਗੁਜਰਾਤ ਦੀ ਜਿਹੜੀ ਰਾਜੀ ਸਰਕਾਰ ਦਾ ਪਟੇਲ ਦੇ ਵਿੱਚ ਜਿਹੜੇ ਪਟੇਲ ਬਰਾਦਰੀ ਆ, ਇਹਨਾਂ ਦੀ ਹਾਲਾਂਕਿ ਮੁੱਖ ਮੰਤਰੀ ਜਿਹੜੇ ਹੁਣ ਨੇ ਉਹ ਵੀ ਉਸ ਸਮੁਦਾਇ ਨੂੰ ਹੀ ਬਿਲੋਂਗ ਕਰਦੇ ਨੇ। ਕਾਫੀ ਜ਼ੋਰ ਆ
ਹੁਣ ਗਵਰਨਮੈਂਟ ਦੇ ਵਿੱਚ ਇਹਨਾਂ ਦਾ ਜ਼ੋਰ ਇੰਨਾ, ਦੂਜੇ ਪਾਸੇ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਕਿ ਜਾਤ ਪਾਤ ਦੀ, ਤਾਂ ਕੀ ਇਸ ਦਾ ਦੋਸ਼ੀ ਨਰਿੰਦਰ ਮੋਦੀ ਨੂੰ ਸਮਝਿਆ ਜਾਵੇ? ਕਿਉਂਕਿ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਸ ਹੋਈਆਂ ਸੀ, ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ਇੱਕ OBC ਦੇ ਨਾਲ ਸੰਬੰਧਿਤ ਵਿਅਕਤੀ ਕਿਹਾ ਗਿਆ ਸੀ। ਜਾਤ ਪ੍ਰਥਾ ਦੀ ਉਹ ਪ੍ਰਥਾ ਨੂੰ ਉਹਨਾਂ ਨੇ ਉੱਥੋਂ ਖੜਾ ਕਰ ਦਿੱਤਾ ਸੀ। ਕੀ ਪਟੇਲ ਸਮੁਦਾਇ ਇਸ ਗੱਲ ਤੋਂ ਔਖਾ ਕਿ ਮੋਦੀ ਸਾਹਿਬ ਨੇ ਉਸੇ ਜਾਤ ਪਾਤ ਨੂੰ ਅੱਗੇ ਲਿਆਂਦਾ ਤਾਂ ਪਟੇਲਾਂ ਨੂੰ ਥੱਲੇ ਰੱਖਣ ਦੇ ਲਈ ਸਾਡੇ ਨਾਲ ਇੱਕ ਜ਼ੁਲਮ ਹੋਇਆ? ਪਰਮਿੰਦਰ ਸਿੰਘ ਜੀ। ਦਵਿੰਦਰ ਜੀ, ਇੱਥੇ ਇਹ ਮੈਂ ਮੋਦੀ ਸਾਹਿਬ ਨੂੰ ਦੋਸ਼ੀ ਤਾਂ ਮੰਨਦਾ ਹੀ ਮੰਨਦਾ ਹੈ, ਨਾਲ ਦੀ ਨਾਲ ਜਿਹੜੇ ਸਾਡੇ ਲੀਡਰ ਨੇ, ਸਾਰੇ ਦੇ ਸਾਰੇ ਲੀਡਰ ਨੇ, ਉਹ ਇਸ ਚੀਜ਼ ਨੂੰ ਇੱਕ ਵਧਾ ਚੜਾ ਕੇ ਕਹਿੰਦੇ ਆ। ਤੁਸੀਂ ਨਰਿੰਦਰ ਮੋਦੀ ਜੀ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਪਹਿਲਾਂ ਜਦੋਂ ਵੋਟਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ OBC ਨੂੰ ਬਿਲੋਂਗ ਕਰਦੇ, ਉਹ ਤਾਂ ਹੁਣ ਵੀ ਕਹਿ ਰਹੇ, ਜਦੋਂ ਆਪਣੇ ਬਿਹਾਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਉੱਥੇ ਵੀ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਉਹ OBC ਨੂੰ ਬਿਲੋਂਗ ਕਰਦੇ ਆ। ਸੋ ਇਹ ਜਿਹੜੇ ਸਿਰਫ ਤੇ ਸਿਰਫ ਇੱਕ ਟਕੌਂਸਲੇ ਹੈਗੇ ਆ ਜੋ ਚੋਣਾਂ ਦੇ ਦੌਰਾਨ ਵਰਤੇ ਜਾਂਦੇ ਆ, ਜਾਂ ਇੱਕ ਕਹਿ ਸਕਦੇ ਆ ਇੱਕ ਹਥਿਆਰ ਆ ਸਾਡੇ ਪੋਲੀਟੀਸ਼ੀਅਨ ਦੇ ਕੋਲ, ਜਿਹੜਾ ਹਮੇਸ਼ਾ ਜਾਤ ਪਾਤ ਦੇ ਨਾਮ ਦੇ ਉੱਤੇ ਲੋਕਾਂ ਦੇ ਵਿੱਚ ਵੰਡ ਪਾ ਕੇ ਆਪਣੀਆਂ ਵੋਟਾਂ ਜਿਹੜੀਆਂ ਉਹਨਾਂ ਕੋਲ ਏਂਠਦੇ ਆ। ਜੇ ਅਸੀਂ ਗੱਲ ਕਰੀਏ ਇਕਨੋਮਿਕ ਗਰਾਊਂਡਸ ਦੇ ਉੱਤੇ, ਜੇ ਤੁਸੀਂ ਰਿਜ਼ਰਵੇਸ਼ਨ ਕਰਨੀ ਹੈ ਇਕਨੋਮਿਕ ਗਰਾਊਂਡਸ ਦੇ ਉੱਤੇ ਕਰੋ, ਨਾ ਕਿ ਉਹਨਾਂ ਦੀ ਜਾਤ ਪਾਤ ਦੇ ਉਹਦੇ ਬੇਸ ਦੇ ਉੱਤੇ। ਕਿਉਂਕਿ ਜੇ ਅੱਜ ਅਸੀਂ ਦੇਖੀਏ ਬਹੁਤ ਸਾਰੇ, ਜੇ ਤੁਸੀਂ ਇਦਾਂ ਗੱਲ ਕਰ ਰਹੇ ਸੀਗੇ ਕਿ ਪਟੇਲਸ ਜਿਹੜੇ ਨੇ ਉਹ ਹਿੰਦੁਸਤਾਨ ਤੋਂ ਬਾਹਰ ਬਹੁਤ ਤਰੱਕੀ ਕਰ ਚੁੱਕੇ, ਹਿੰਦੁਸਤਾਨ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੋਈ ਆ। ਔਰ ਇਸ ਤੋਂ ਇਲਾਵਾ ਜੇ ਅਮਰੀਕਾ ਵਰਗੇ ਦੇਸ਼ ਦੀ ਗੱਲ ਕਰੀਏ, ਜਿਹੜੇ 70% ਜਿਹੜੇ ਇੰਡੀਅਨਸ ਕੋਈ ਰੈਸਟੋਰੈਂਟ ਜਾਂ ਮੋਟਲਸ ਓਨ ਕਰਦੇ ਆ, ਉਹ ਚੋਂ 70% ਜਿਹੜੇ ਮੋਟਲਸ ਨੇ ਉਹ ਪਟੇਲਸ ਓਨ ਕਰਦੇ ਆ, ਗੁਜਰਾਤੀ ਓਨ ਕਰਦੇ ਆ। ਸੋ ਇਹ ਮੇਰੇ ਹਿਸਾਬ ਨਾਲ ਇੱਕ ਬਹੁਤ ਵੱਡੀ ਗੱਲ ਹੋਊਗੀ। ਪਰ ਜੇ ਅਸੀਂ ਹਿੰਦੁਸਤਾਨ ਦੀ ਵੀ ਗੱਲ ਕਰੀਏ, ਬਿਜ਼ਨੈਸਿਸ ਨੋ ਡਾਊਟ ਉਹਨਾਂ ਦੇ ਬਹੁਤ ਤਗੜੇ ਬਿਜ਼ਨੈਸਿਸ ਨੇ। ਹਾਂ, ਹੁਣ ਇੱਕ ਵਿਅਕਤੀ ਵੱਲੋਂ, ਇੱਕ ਪਾਰਟਿਕੂਲਰ ਵਿਅਕਤੀ ਵੱਲੋਂ ਆਪਣੀ ਪਰਸਨਲ ਉਹਦੇ ਨਾਲ ਕੋਈ ਘਟਨਾ ਹੋਈ ਆ, ਜਾਂ ਉਹਦੇ ਪਰਸਨਲ ਪਰਿਵਾਰ ਦੇ ਵਿੱਚ ਉਹਨਾਂ ਕੁਝ ਵਾਪਰਿਆ, ਉਸ ਚੀਜ਼ ਨੂੰ ਵਧਾ ਚੜਾ ਕੇ ਅੱਗੇ ਲੈ ਕੇ ਆ ਰਿਹਾ ਹੈ। ਤੇ ਉਸ ਦੇ ਮੈਨੂੰ ਨਹੀਂ ਲੱਗਦਾ ਪਿਆ ਕਿ ਉਹ ਇੱਕ ਉਸਨੂੰ ਉਹਦਾ ਪੋਲੀਟੀਕਲ ਮੋਟਿਵ ਹੈਗਾ, ਉਹਦੇ ਬਿਹਾਈਂਡ ਉਹਦੇ ਕੁਝ ਹੋਰ ਪਾਵਰ ਚੱਲਦੀਆਂ ਪਈਆਂ ਜਿਹੜੀਆਂ ਇਸ ਗੱਲ ਨੂੰ ਹੋਆ ਬਣਾ ਰਹੀਆਂ ਆ। ਜਦੋਂ ਮੈਂ ਐਡ ਕਰਨਾ ਚਾਹੁੰਦਾ ਦਵਿੰਦਰ ਜੀ, ਜਦੋਂ ਬਿਹਾਰ ਇਲੈਕਸ਼ਨ ਆ ਰਹੀ ਹੈ ਉੱਥੇ ਫਿਰ ਤੋਂ ਮੋਦੀ ਜੀ ਨੂੰ OBC ਵਿਖਾਇਆ ਜਾ ਰਿਹਾ, ਇਹ ਤਾਂ ਕਿਹਾ ਜਾ ਰਿਹਾ ਕਿ ਫਸਟ ਪ੍ਰਾਈਮ ਮਿਨਿਸਟਰ ਜਿਹੜੇ ਪਿਛਲੇ ਵਰਗ ਤੋਂ ਨੇ। ਉਧਰ ਦੇਵ ਗੌੜਾ ਜੀ ਕਹਿ ਰਹੇ ਨਹੀਂ, ਪਿਛਲੇ ਵਕਤ ਤੋਂ ਫਸਟ ਪ੍ਰਾਈਮ ਮਿਨਿਸਟਰ ਤੇ ਮੈਂ ਸੀ। ਦੇਖੋ ਕਿਤੇ ਨਾ ਕਿਤੇ ਜੇ ਵੇਖੀਏ ਤੇ ਪੋਲੀਟੀਸ਼ੀਅਨ ਆ, ਇਹ ਅੱਗ ਕਿਤੇ ਆ, ਇਹਨਾਂ ਦੀ ਆਪਣੀ ਲਾਈ ਹੋਈ ਆ। ਜਦੋਂ ਗੱਲ ਰਾਖਵੀਕਰਨ ਦੀ ਕੀਤੀ ਜਾਵੇ, ਰਿਜ਼ਰਵੇਸ਼ਨ ਦੀ ਕੀਤੀ ਜਾਵੇ, ਜੇ ਭਾਰਤ ਦੇ ਹਿਸਟਰੀ ਦੇ ਵਿੱਚ ਜਾਂ ਸੰਵਿਧਾਨ ਦੀ ਹਿਸਟਰੀ ਦੇ ਵਿੱਚ ਗੱਲਬਾਤ ਕੀਤੀ ਜਾਵੇ, ਇਹ ਗੱਲ ਜ਼ਰੂਰ ਆ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਜਾਂ ਜਿਹੜੇ ਪਛੜੇ ਵਰਗ ਹੁੰਦੇ ਸੀ, ਉਹਨਾਂ ਦੀ ਰਾਖਵੀਕਰਨ ਦੀ ਗੱਲਬਾਤ ਕੀਤੀ ਗਈ ਸੀ। ਇੱਕ ਸਮਰੱਥਾ ਰੱਖੀ ਗਈ ਸੀ, ਇੱਕ ਕੈਪ ਰੱਖਿਆ ਗਿਆ ਸੀ ਕਿ 10 ਸਾਲ ਤੱਕ ਰਿਜ਼ਰਵੇਸ਼ਨ ਕੀਤੀ ਜਾਵੇ, ਤਾਂ ਜੋ ਅਨੁਸੂਚਿਤ ਜਾਤੀਆਂ ਜਾਂ ਅਨੁਸੂਚਿਤ ਕਬੀਲਿਆਂ ਜਾਂ ਪਛੜੇ ਵਰਗਾਂ ਨੂੰ ਸਮਾਜ ਦੇ ਵਰਗ ਦੇ ਨਾਲ ਬਰਾਬਰ ਲਿਆਂਦਾ ਜਾਵੇ। 10 ਸਾਲ ਦੀ ਉਸ ਲਿਮਟ ਨੂੰ, ਜੇ ਗੱਲ ਡਾਕਟਰ ਅੰਬੇਦਕਰ ਜਿਹੜੇ ਕਿ ਉਸ ਅਨੁਸੂਚਿਤ ਜਾਤੀ ਨਾਲ ਹੀ ਬਿਲੋਂਗ ਕਰਦੇ ਸੀ, ਉਹਨਾਂ ਨੇ ਵੀ ਸੰਵਿਧਾਨ ਦੇ ਵਿੱਚ ਇਸ ਤੇ ਕੈਪ ਲਾਉਣ ਦੀ ਗੱਲ ਕੀਤੀ ਸੀ ਕਿ ਰਾਖਵੀਕਰਨ ਨੂੰ ਓਪਨ ਨਹੀਂ ਛੱਡ ਦੇਣਾ ਚਾਹੀਦਾ, ਇਸ ਤੇ ਕੈਪ ਲਾਉਣਾ ਚਾਹੀਦਾ, ਟਾਈਮ ਲਿਮਟ ਹੋਣੀ ਚਾਹੀਦੀ ਆ ਕਿ ਕੁਝ ਸਮੇਂ ਦੀ ਹੱਦ ਰੱਖਣੀ ਚਾਹੀਦੀ ਆ ਕਿ ਇਸ ਸਮੇਂ ਦੇ ਦੌਰਾਨ ਇਹਨਾਂ ਜਾਤੀਆਂ ਨੂੰ ਉੱਚਾ ਚੱਕਿਆ ਜਾਵੇ, ਤਾਂ ਜੋ ਇੱਕ ਵੇਲੇ ਇੱਕ ਸਮਾਲ ਇਕੁਅਲ ਵਰਗ ਦੀ ਸਥਾਪਨਾ ਕੀਤੀ ਜਾਵੇ। ਪਰ ਜਦੋਂ ਗੱਲ ਮੈਂ VP ਸਿੰਘ ਦੀ ਕੀਤੀ ਆ, ਉਹਨਾਂ ਨੇ ਵੋਟ ਬੈਂਕ ਹਥਿਆਉਣ ਦੇ ਲਈ ਉਸ ਵੇਲੇ ਕਾਂਗਰਸ ਛੱਡ ਕੇ ਗਏ ਸੀਗੇ, ਮੰਡਲ ਕਮਿਸ਼ਨ ਦੇ ਨਾਂ ਤੇ ਮੰਡਲ ਕਮਿਸ਼ਨ ਲਾਗੂ ਕਰ ਦਿੱਤਾ। ਕਿੰਨੀ ਹਿੰਸਾ ਹੋਈ ਸਾਨੂੰ ਸਭ ਨੂੰ ਪਤਾ। ਉਸ ਤੋਂ ਬਾਅਦ ਜੇ ਹੁਣ ਮੋਦੀ ਸਾਹਿਬ ਦੀ ਗੱਲ ਕੀਤੀ, ਇਸ ਤੋਂ ਪਹਿਲਾਂ ਵੀ ਅੰਦੋਲਨ ਹੁੰਦੇ ਨੇ, ਜੇ ਜਾਟ, ਗੁੱਜਰ ਜਾਂ ਹੋਰ ਜਾਤੀਆਂ ਦੀ ਗੱਲ ਕੀਤੀ ਜਾਵੇ, ਜਦੋਂ ਸੋਸ਼ਲ ਪੱਖੋਂ ਜਾਂ ਇਕਨੋਮਿਕ ਪੱਖੋਂ ਵਰਗ ਪਛੜੇ ਗਏ ਸੀ, ਜਿਹੜੇ ਜੱਟ ਨੇ ਹੁਣ ਜਦੋਂ ਪਛੜ ਗਏ ਨੇ, ਉਹਨਾਂ ਦੇ ਬੱਚਿਆਂ ਨੂੰ ਨੌਕਰੀ ਮਿਲਣੀ ਨਹੀਂ, ਤੇ ਤੁਸੀਂ ਇੱਕ ਓਪਨ ਰਿਜ਼ਰਵੇਸ਼ਨ ਕੀਤੀ ਹੋਈ ਆ, ਤਾਂ ਉਸ ਦੇ ਨਾਲ ਜਿਹੜੇ ਆਮ ਮਿਡਲ ਕਲਾਸ ਆ, ਜੇ ਜਾਤ ਪਾਤ ਦੇ ਭੇਦ ਨੂੰ ਛੱਡ ਦਿੱਤੀ ਜਾਵੇ ਤਾਂ ਉਹਨਾਂ ਤੇ ਬਹੁਤ ਫਰਕ ਪੈਂਦਾ। ਹਰਨੇਹਾ ਜੀ, ਜਿਹੜਾ 10 ਸਾਲ ਦਾ ਕੈਪ ਸੀਗਾ, ਜਿਹੜਾ 1 ਮਿੰਟ ਮੇਰਾ ਸਵਾਲ ਸੁਣ ਲਓ, 10 ਸਾਲ ਦਾ ਜਿਹੜਾ ਕੈਪ ਸੀ ਉਸ ਨੂੰ ਹਟਾ ਕੇ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਸੀ, ਜੇ ਉਸਨੇ ਗਲਤੀ ਕੀਤੀ ਸੀ, ਕਿ ਹੁਣ ਸਮਾਂ ਆ ਚੁੱਕਿਆ ਕਿ ਇੱਕ ਸਮੇਂ ਦੀ ਸੀਮਾ ਰੱਖੀ ਜਾਵੇ ਕਿ ਇਸ ਸਮੇਂ ਦੇ ਵਿੱਚ ਸਾਰੇ ਪਛੜੇ ਵਰਗਾਂ ਨੂੰ ਅਸੀਂ ਇਕੁਅਲ ਵਰਗ ਬਣਾਵਾਂਗੇ, ਉਸ ਤੋਂ ਬਾਅਦ ਕੋਈ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ।
ਮੇਰੇ ਖਿਆਲ ਤੋਂ ਦਵਿੰਦਰ ਜੀ ਕਿਸੇ ਵੀ ਤਰ੍ਹਾਂ ਦੀ ਰਿਜ਼ਰਵੇਸ਼ਨ ਹੋਣੀ ਨਹੀਂ ਚਾਹੀਦੀ। ਜੇ ਅਸੀਂ ਗੱਲ ਹਾਰਦਿਕ ਪਟੇਲ ਦੀ ਕਰੀਏ, ਥੋੜਾ ਜਿਹਾ ਇਸ ਮੁੰਡੇ ਬਾਰੇ ਥੋੜਾ ਬੈਕਗਰਾਉਂਡ ਜੋ ਹੈ ਅਸੀਂ ਆਪਣੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ, ਆਪਣੇ ਵਿਊਅਰਸ ਨਾਲ, ਕਿ ਇਹ ਬੰਦਾ ਜੋ ਮਤਲਬ ਕਿ ਐਵਰੇਜ ਸਟੂਡੈਂਟ ਸੀਗਾ, ਇਹਦੀ ਯੂਨੀਵਰਸਿਟੀ 'ਚੋਂ ਵੀ 50% ਜਿਹੜੇ ਸੀਗੇ ਮਾਰਕਸ ਨਾਲ ਇਹ ਗ੍ਰੈਜੂਏਟ ਹੋਇਆ ਹੈ। ਗੱਲ ਪਤਾ ਕੀ ਹੁੰਦੀ ਕਿ ਰਿਜ਼ਰਵੇਸ਼ਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਜਨਰਲ ਕੈਟੇਗਰੀ ਨੂੰ ਹੁੰਦਾ ਹੈ। ਜਨਰਲ ਕੈਟੇਗਰੀ ਦਾ ਜਿਹੜਾ ਕੋਈ ਸਟੂਡੈਂਟ ਹੋਏਗਾ ਉਹਦੇ 'ਚ 80% ਵੀ ਹਨ ਜਾਂ 85% ਵੀ ਹਨ, ਅਤੇ ਜਿੱਥੇ ਸੀਟਾਂ ਨਹੀਂ ਹੈਗੀਆਂ ਉੱਥੇ ਸ਼ੈਡਿਊਲ ਕਾਸਟ ਜਾਂ ਹੋਰ ਰਿਜ਼ਰਵ ਸੀਟਸ ਹੋਣਗੀਆਂ, ਉਹ ਸੀਟਾਂ ਉਹਨਾਂ ਨੂੰ ਜਾਣਗੀਆਂ, ਹਾਲਾਂਕਿ ਉਹਨਾਂ ਦੇ ਜਿਹੜੇ ਗ੍ਰੇਡਸ ਨੇ ਉਹ 50% ਹੋਣ ਜਾਂ 55% ਹੋਣ। ਅਤੇ ਨੁਕਸਾਨ ਕਿਹਦਾ ਹੋਇਆ? ਉਹਦਾ ਹੀ ਹੋਇਆ ਨਾ, ਜਨਰਲ ਕੈਟੇਗਰੀ ਵਾਲੇ ਦਾ, ਜਿਹਦੇ ਕੋਲ ਵੈਸੇ ਕੋਈ ਰਿਜ਼ਰਵੇਸ਼ਨ ਦੀ ਸੀਟ ਨਹੀਂ ਹੈਗੀ। ਨੰਬਰ 2, ਉਹਦੇ ਕੋਲ ਜੇ ਉਹਨੇ ਮਿਹਨਤ ਕੀਤੀ ਤਾਂ ਵੀ ਉਹਨੂੰ ਸੀਟ ਨਹੀਂ ਮਿਲ ਰਹੀ, ਕਿਉਂਕਿ ਇਹ ਸੀਟ ਜਿਹੜੀ ਸੀ ਰਿਜ਼ਰਵਡ ਕੈਂਡੀਡੇਟ ਕੋਲ ਚਲੀ ਗਈ। ਸੋ ਰਿਜ਼ਰਵੇਸ਼ਨ ਸਿਸਟਮ ਦਾ ਜਿੱਥੇ ਕੁਝ ਲੋਕਾਂ ਨੂੰ ਫਾਇਦਾ ਹੈ, ਉੱਥੇ ਦੂਸਰੇ ਲੋਕਾਂ ਨੂੰ ਨੁਕਸਾਨ ਵੀ ਹੋ ਰਿਹਾ ਹੈ। ਚਲੋ ਮੰਨ ਲਿਆ ਕਿ ਇੰਡੀਆ 'ਚ ਰਿਜ਼ਰਵੇਸ਼ਨ ਸਿਸਟਮ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ ਸੀ, ਸ਼ੈਡਿਊਲ ਕਾਸਟ ਰਿਜ਼ਰਵ ਕਰ ਦਿੱਤਾ, ਮਾਈਨੋਰਿਟੀਜ਼ ਨੂੰ ਲਿਆ ਦਿੱਤਾ ਗਿਆ, ਪਰ ਹੁਣ ਜੋ ਪਟੇਲ ਗੱਲ ਕਰ ਰਿਹਾ ਹੈ, ਜੋ ਖੁਦ ਇੱਕ ਲੀਡਰ ਬਣ ਕੇ ਸਾਹਮਣੇ ਆਇਆ ਹੈ 20 ਸਾਲਾਂ ਦਾ, 21 ਸਾਲਾਂ ਦਾ, 22 ਸਾਲਾਂ ਦਾ, ਤੇ ਇਸਦੇ 50% ਆਏ ਹਨ। ਗੱਲ ਤਾਂ ਅਸੀਂ ਤਾਂ ਕਰੀਏ ਨਾ ਕਿ ਜੇ ਇਹਦੇ 80% ਆਏ ਹੋਣ ਤੇ ਆਪਣੇ ਆਪ ਨੂੰ ਉਹਨਾਂ ਸਟੂਡੈਂਟਸ ਨਾਲ ਕੰਪੈਰੀਜ਼ਨ ਕਰਕੇ ਉਹਨਾਂ ਲਈ ਲੜ ਰਿਹਾ ਹੋਵੇ, ਇਹ ਕੀ ਗੱਲ ਹੋਈ? ਮੈਨੂੰ ਤਾਂ ਲੱਗਦਾ ਹੈ ਕਿ ਆਪਣੇ ਲਈ, ਆਪਣੇ ਵਰਗੇ ਐਵਰੇਜ ਸਟੂਡੈਂਟਸ ਲਈ ਉਸਨੇ ਇਹ ਗੱਲ ਬੜੀ ਸਾਫ਼ ਕਹੀ ਹੈ ਕਿ ਉਹਦੀ ਜਿਹੜੀ ਮੰਗ ਹੈ ਉਹ ਤਾਂ ਹੈ, ਜਿਵੇਂ ਤੁਸੀਂ ਵੀ ਪਹਿਲਾਂ ਇਸ ਗੱਲ ਨੂੰ ਮੈਂਸ਼ਨ ਕੀਤਾ ਕਿ ਜਿਹੜੇ ਪਟੇਲ ਬਾਹਰ ਚਲੇ ਗਏ, ਉਹਨਾਂ ਨੇ ਮੋਟਲਸ ਖੋਲ੍ਹ ਲਏ ਹਨ, ਬਿਜ਼ਨੈਸਿਸ ਖੋਲ੍ਹ ਲਏ ਹਨ। ਹੁਣ ਜਿਹੜੇ ਪਟੇਲਸ ਉਹਨਾਂ ਨੂੰ ਪੋਰਟਲ ਕਰਕੇ ਵੀ ਜਾਣਿਆ ਜਾਂਦਾ ਹੈ, ਪੋਰਟਲ ਮੋਟਲਸ ਕਰਕੇ ਵੀ ਜਾਣਿਆ ਜਾਂਦਾ ਹੈ। ਸੋ ਠੀਕ ਹੈ, ਮੰਨ ਲਿਆ ਕਿ ਜਿਹੜੇ ਪਟੇਲਸ ਬਾਹਰ ਆ ਗਏ, ਜਿਹੜੀ ਕੁਝ ਗੁਜਰਾਤੀ ਕਮਿਊਨਿਟੀ ਬਾਹਰ ਆ ਗਈ, ਉਹਨਾਂ ਨੇ ਕਾਫੀ ਬਿਜ਼ਨਸ 'ਚ ਫਲਰਿਸ਼ ਕੀਤਾ ਹੈ। ਹੀ ਇਜ਼ ਸੇਇੰਗ ਕਿ ਜਿਹੜੇ ਉੱਥੇ ਰਹਿ ਗਏ ਹਨ ਉਹਨਾਂ ਨੂੰ ਤਾਂ ਯੂਨੀਵਰਸਿਟੀ ਅਤੇ ਅਕੈਡਮਿਕ ਇੰਸਟੀਟਿਊਸ਼ਨਸ 'ਚ ਰਿਜ਼ਰਵੇਸ਼ਨ ਦਾ ਕੋਟਾ ਦੇਣਾ ਚਾਹੀਦਾ ਹੈ, ਤਾਂ ਕਿ ਉਹ ਵੀ ਪੜ੍ਹ ਕੇ ਬਾਹਰ ਜਾ ਸਕਣ। ਕਿਉਂਕਿ ਇਸ ਵੇਲੇ ਕੀ ਹੋ ਰਿਹਾ ਹੈ, ਉਹਦੇ ਅਕੋਰਡਿੰਗ ਉਹ ਸਾਰੇ 20 ਜਾਂ 21 ਸਾਲ ਦੀ ਉਮਰ 'ਚ ਹੀ ਬਿਜ਼ਨਸ ਵਿੱਚ ਧਕੇਲੇ ਜਾ ਰਹੇ ਹਨ ਅਤੇ ਉਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲ ਰਿਹਾ, ਉਹਨਾਂ ਕੋਲ ਪੈਸੇ ਵਗੈਰਾ ਨਹੀਂ ਹੈਗੇ। ਮੈਂ ਇਸ ਗੱਲ ਤੋਂ ਐਗਰੀ ਨਹੀਂ ਕਰਦੀ। ਜੇ ਇੰਡੀਆ 'ਚ ਮੈਰਿਟ ਸਿਸਟਮ ਹੈਗਾ, ਮੈਰਿਟ 'ਚ ਤੁਸੀਂ ਆ ਜਾਂਦੇ ਹੋ ਤਾਂ ਉਸ ਤੋਂ ਬਾਅਦ ਫੀਸ ਦੀ ਗੱਲ ਆਉਂਦੀ ਹੈ। ਪਹਿਲਾਂ ਮੈਰਿਟ 'ਚ ਆਉਣ ਜੋਗੇ ਵਾਲੇ ਤਾਂ ਬਣੇ। ਜਦੋਂ ਗੱਲਬਾਤ ਕੀਤੀ ਜਾਂਦੀ ਹੈ ਰਿਜ਼ਰਵੇਸ਼ਨ ਦੀ, ਇੱਕ ਬਹੁਤ ਹੀ ਸੀਰੀਅਸ ਕੁਐਸਚਨ ਹਿੰਦੁਸਤਾਨ ਦੇ ਲਈ ਹੈਗਾ ਕਿ ਕਾਫੀ ਸਮੇਂ ਤੋਂ ਰਿਜ਼ਰਵੇਸ਼ਨ ਜਿਹੜੀਆਂ ਅਸੀਂ ਕਹਿੰਦੇ ਆ ਅਨੁਸੂਚਿਤ ਜਾਤੀਆਂ ਨੂੰ ਅੱਗੇ ਲਿਆਉਣ ਦੇ ਲਈ ਜਿਹੜੀ ਇਹ ਪ੍ਰਥਾ ਰਿਜ਼ਰਵੇਸ਼ਨ ਦੀ ਚੱਲੀ ਹੋਈ ਆ। ਹਰਪ੍ਰੀਤ ਜੀ, ਕੁਐਸਚਨ ਮੇਰਾ ਇਹ ਆ ਕਿ ਅਨੁਸੂਚਿਤ ਜਾਤੀਆਂ ਜਾਂ ਅਨੁਸੂਚਿਤ ਕਬੀਲਿਆਂ ਜਾਂ ਪਛੜੇ ਵਰਗਾਂ ਨੂੰ ਅੱਗੇ ਲਿਆਉਣ ਦੀ ਪ੍ਰਥਾ ਦੇ ਵਿੱਚ ਕੀ ਅਸੀਂ ਜਿਹੜੀਆਂ ਉੱਚੀ ਜਾਤੀਆਂ ਸਮਝਦੇ ਸੀ, ਆਰਥਿਕ ਪੱਖੋਂ ਇੰਨੀਆਂ ਕੁ ਕਮਜ਼ੋਰ ਕਰ ਦਿੱਤੀਆਂ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਨਾ ਤਾਂ ਸਰਕਾਰੀ ਨੌਕਰੀਆਂ ਮਿਲ ਸਕਦੀਆਂ ਨੇ, ਨਾ ਸਿੱਖਿਆ ਜਿਹੜੀਆਂ ਉਹ ਮਿਲ ਸਕਦੀ ਆ, ਕਿਉਂਕਿ ਜਦੋਂ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਦੀ ਰਿਜ਼ਰਵੇਸ਼ਨ, ਜਦੋਂ ਸਰਕਾਰੀ ਨੌਕਰੀਆਂ ਦੀ ਗੱਲ ਕਰਦੇ ਆ ਤਾਂ ਰਿਜ਼ਰਵੇਸ਼ਨ, ਦੂਜੇ ਪਾਸੇ ਹੋਰ ਵੀ ਰਿਜ਼ਰਵੇਸ਼ਨਸ ਨੇ ਕਿ ਜਿਹੜੀਆਂ ਉੱਚੀ ਸਮਝੀ ਜਾਣ ਵਾਲੀਆਂ ਜਾਤੀਆਂ ਆਰਥਿਕ ਪੱਖੋਂ ਇੰਨੀਆਂ ਕੁ ਕਮਜ਼ੋਰ ਹੋ ਚੁੱਕੀਆਂ ਨੇ ਕਿ ਉਹਨਾਂ ਨਾਲ ਜਾਤ ਪਾਤ ਨਾ ਛੱਡ ਕੇ ਆਰਥਿਕ ਪੱਖੋਂ ਰਿਜ਼ਰਵੇਸ਼ਨ ਤਾਂ ਬਣਦੀ ਆ। ਦਵਿੰਦਰ ਜੀ, ਮੈਂ ਪਹਿਲਾਂ ਤੁਹਾਡਾ ਜਿਹੜਾ ਤੁਸੀਂ ਹਨੇਆ ਜੀ ਨੂੰ ਕੁਐਸਚਨ ਪੁੱਛਿਆ ਸੀ ਉਹਦਾ ਵੀ ਜਵਾਬ ਦੇਣਾ ਚਾਹੂੰਗਾ ਮੈਂ, ਕਿ ਪਹਿਲੀ ਗੱਲ ਤਾਂ ਜੋ ਡਾਕਟਰ ਅੰਬੇਡਕਰ ਜੀ ਨੇ ਰੂਲ ਬਣਾਇਆ ਸੀ, ਲਾਅ ਬਣਾਇਆ ਸੀ, ਬੇਸਿਕਲੀ ਉਹਨਾਂ ਨੇ ਕੈਪ ਰੱਖੀ ਸੀ ਕਿ ਸੰਵਿਧਾਨ ਬਣਾਇਆ ਸੀ ਕਿ 10 ਸਾਲ ਤੋਂ ਬਾਅਦ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਮੈਂ ਉਸ ਗੱਲ ਨਾਲ ਐਗਰੀ ਕਰਦਾ ਵਾਂ, ਪਰ ਜਿਹੜੇ ਭਾਵੇਂ ਅੱਜ ਕਾਂਗਰਸ ਹੋਵੇ, ਭਾਵੇਂ ਬੀਜੇਪੀ ਹੋਵੇ, ਭਾਵੇਂ ਵੀਕੇ ਸਿੰਘ ਹੋਣ, ਇਹ ਸਿਰਫ ਆਪਣੇ ਵੋਟ ਬੈਂਕ ਵਾਸਤੇ ਉਹਦੀ ਗੱਲ ਨਹੀਂ ਕਰਦੇ। ਪਹਿਲੀ ਗੱਲ ਤਾਂ ਉਹਨੂੰ ਖਤਮ ਕਰੋ ਤਾਂ ਕਿ ਸਾਰੇ ਬਰਾਬਰ ਹੋਣ। ਹਾਂ, ਜੇ ਕੋਈ ਪਿਛੜੀ ਜਾਤੀ ਅਜੇ ਵੀ ਹੈਗੀ, ਜਦੋਂ ਆਪਾਂ ਗੱਲ ਕਰਦੇ ਹਾਂ ਅਸਾਮ ਵੱਲ ਦੀ, ਉੱਥੇ ਕਾਫੀ ਇੱਦਾਂ ਦੇ ਪਿਛੜੀਆਂ ਜਾਤੀਆਂ ਹੈਗੀਆਂ, ਉਹਨਾਂ ਨੂੰ ਰਿਜ਼ਰਵੇਸ਼ਨ ਦਿਓ, ਪਰ ਹਾਂ ਕੋਸ਼ਿਸ਼ ਕਰੋ ਕਿ ਰਿਜ਼ਰਵੇਸ਼ਨ ਖਤਮ ਹੋਵੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਮੋਟੀਵੇਸ਼ਨ ਦੂਜੀ ਤਰ੍ਹਾਂ ਹੋਵੇ, ਉਹਨਾਂ ਦੀ ਐਜੂਕੇਸ਼ਨ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਉਹ ਪੜ੍ਹ ਲਿਖਣ, ਰਿਜ਼ਰਵੇਸ਼ਨ ਦੀ ਗੱਲ ਨਾ ਹੋਵੇ। ਦੂਜੀ ਗੱਲ ਜਿਹੜੀ ਆਪਾਂ ਹਾਰਦਿਕ ਪਟੇਲ ਦੀ ਜੇ ਆਪਾਂ ਗੱਲ ਕਰਦੇ ਹਾਂ ਦਵਿੰਦਰ ਜੀ, ਤੇ ਮੈਨੂੰ ਲੱਗਦਾ ਮੈਂ ਹਾਰਦਿਕ ਪਟੇਲ ਨਾਲ ਬਿਲਕੁਲ ਐਗਰੀ ਨਹੀਂ ਕਰਦਾ, ਕਿਉਂਕਿ ਹਾਰਦਿਕ ਪਟੇਲ ਸਿਰਫ ਗੁਜਰਾਤ 'ਚ ਰਹਿ ਕੇ ਪਟੇਲਾਂ ਦੀ ਗੱਲ ਕਰਨ ਡਿਆ, ਕਿਤੇ ਉਹਨਾਂ ਨੇ ਸਾਰੇ ਇੰਡੀਆ 'ਚ ਦੂਜੇ ਸਮੁਦਾਇ ਦੀ ਗੱਲ ਕੀਤੀ। ਜੇ ਹਾਰਦਿਕ ਪਟੇਲ ਇੱਕ ਪੂਰੇ ਇੰਡੀਆ ਨੂੰ ਇੱਕ ਅੱਖ ਨਾਲ ਵੇਂਦੇ ਜਾਂ ਪੂਰੇ ਇੰਡੀਆ ਨੂੰ ਵੇਂਦੇ ਕਿ ਨਹੀਂ ਇਹ ਅਤਿਆਚਾਰ ਇਕੱਲਾ ਗੁਜਰਾਤ ਥੋੜ੍ਹੀ ਹੋਣ ਡਿਆ, ਪੰਜਾਬ 'ਚੋਂ ਜੱਟਾਂ ਦਾ ਵੀ ਇਹੀ ਹਾਲ ਆ, ਗੁਜਰਾਤ 'ਚ ਮੀਨੇ ਰੌਲਾ ਪਾਉਣ ਡਿਆ, ਉਹ ਵੀ ਲਗਭਗ ਉੱਥੇ ਹੀ ਨੇ ਦਵਿੰਦਰ ਜੀ, ਉਹਨਾਂ ਦਾ ਵੀ ਇਹੀ ਹਾਲ ਆ। ਇਸ਼ੂ ਤੇ ਸਾਰੇ ਇੰਡੀਆ ਦਾ ਵਾ, ਇਹ ਇਸ਼ੂ ਸਾਰੇ ਇੰਡੀਆ 'ਚ ਚੱਕਣਾ ਚਾਹੀਦਾ ਸੀ, ਪਰ ਜਿਹੜੀ ਹੁਣ ਇਹ ਪਟੇਲ ਜਾਤੀ ਨਾਲ ਚੱਕ ਕੇ ਕਿਤੇ ਨਾ ਕਿਤੇ ਹਾਰਦਿਕ ਪਟੇਲ ਵੀ ਸ਼ਾਇਦ ਅਗਲੀ ਆਪ ਦੀ MLA ਦੀ ਜਾਂ MP ਦੀ ਟਿਕਟ ਭਾਲਦੇ ਹੋਣ ਜਾਂ ਕੋਈ ਹੋਰ ਮੋਟਿਵ ਹੋਵੇ। ਮੇਰੇ ਖਿਆਲ ਨਹੀਂ ਕਿ ਹੀ ਇਜ਼
ਹੀ ਇਜ਼ ਦਾ ਰਾਈਟ ਪਰਸਨ, ਇਹ ਸਹੀ ਗੱਲ ਕਰਨ ਦੇ ਆ। ਪਰ ਜੇ ਗੱਲ ਕੀਤੀ ਜਾਵੇ ਉਸੇ ਨਹੀਂ 22 ਸਾਲਾ ਨੌਜਵਾਨ ਗੱਲ ਦੀ, ਵੀ ਤਾਂ ਦੇਖੋ ਨਾ ਤੁਸੀਂ ਕਿ ਇਹ ਤੁਸੀਂ ਕਹਿ ਰਹੇ ਹੋ ਕਿ ਸਹੀ ਕਰ ਰਿਹਾ ਹੈ, ਇਸ ਤਰ੍ਹਾਂ ਤਾਂ ਹਰ ਜਿਹੜੇ ਛੋਟੇ ਛੋਟੇ ਕਾਸਟ ਵਾਲੇ ਲੋਕ ਨੇ ਉਹ ਆਪਣੀ ਆਪਣੀ ਕਮਿਊਨਿਟੀ ਨੂੰ ਲੈ ਕੇ ਰਿਜ਼ਰਵੇਸ਼ਨ ਕੋਟਾ ਮੰਗਣਗੇ। ਆਈ ਥਿੰਕ ਹਰਿਆ ਜੀ ਜੇ ਮੈਂ ਗੱਲ ਕਰਾਂ ਤੁਸੀਂ ਹਰ ਜਿਵੇਂ ਚੀਜ਼ ਦੀ ਗੱਲ ਨਾਲ ਪੰਜਾਬੀਆਂ ਸਹਿਮਤ ਹੋ ਜੋ ਜਾਂਦੇ ਕਹਿ ਸਕਦੇ ਹਨ ਕਿ ਸਾਨੂੰ ਵੀ ਤੁਸੀਂ ਕੋਟਾ ਦੇ ਦਿਓ। ਤੁਸੀਂ ਹਰਪ੍ਰੀਤ ਦੀ ਗੱਲ ਨਾਲ ਸਹਿਮਤ ਹੋ ਜਾਂ ਨਹੀਂ? ਮੈਂ ਬਿਲਕੁਲ ਸਹਿਮਤ ਨਹੀਂ ਹਾਂ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੈਂ ਹੁਣ ਕਾਸਟ ਬੇਸ ਤੇ ਕਾਸਟ ਬੇਸਿਸ ਦੇਖੋ ਇੱਕ ਤਾਂ ਇੱਕ ਪਾਰਟਿਕੂਲਰ ਸ਼ੇਅਰ ਹੁੰਦਾ ਹੈ, ਠੀਕ ਹੈ, ਜੇ ਸ਼ੇਅਰ ਉਹ ਵੰਡਦਾ ਜਾਏਗਾ ਉਹਦੇ ਬੈਨੀਫਿਟ ਘਟਦੇ ਜਾਣਗੇ, ਠੀਕ ਹੈ। ਪਰ ਗੱਲ ਹੈ ਕਿ ਇੰਡੀਆ 'ਚ ਇੰਨੇ ਸਾਰੇ ਐਥਨਿਕ ਕਮਿਊਨਿਟੀਜ਼ ਨੇ, ਇੰਨੇ ਸਾਰੇ ਰਿਲੀਜੀਅਸ ਡਿਫਰੈਂਟ ਕਾਸਟ ਨੇ, ਦਵਿੰਦਰ ਜੀ ਇਸ ਤਰ੍ਹਾਂ ਦਾ ਹਰ ਮਤਲਬ ਕਿ ਹਰ ਦੂਜਾ ਕਾਸਟ ਵਾਲਾ ਚੱਕ ਕੇ ਕਹੇਗਾ ਕਿ ਸਾਡੀ ਵੀ ਵੱਖਰੀ ਪੁੱਲਰ ਕਮਿਊਨਿਟੀ ਬਣਾਓ, ਰਾਮਗੜੀ ਦੈਟਸ ਵਾਟ ਹੀ ਇਜ਼ ਸੇਇੰਗ। ਇਹੀ ਤਾਂ ਤੁਹਾਨੂੰ ਆਖਿਆ ਵਾ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਮੈਂ ਕਿਸੇ ਦੀ ਸਾਈਡ ਨਹੀਂ ਲੈ ਰਿਹਾ। ਹਰਪ੍ਰੀਤ ਜੀ ਕਹਿ ਰਹੇ ਕਿ ਹਾਰਦਿਕ ਜਿਹੜਾ ਪਟੇਲ ਆ ਉਸ ਦਾ ਕੋਈ ਪੋਲੀਟੀਕਲ ਏਜੰਡਾ ਹੋ ਸਕਦਾ। ਉਹ ਕਹਿੰਦੇ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਇਕੱਲੇ ਉਹ ਪਟੇਲ ਬ੍ਰਦਰਸ ਦੀ ਜਿਹੜੀ ਜਾਤ ਪਾਤ ਦੇ ਉਹਨਾਂ ਦੀ ਗੱਲ ਕਰ ਰਹੇ ਨੇ, ਪਰ ਜਿਹੜੀਆਂ ਦੂਜੀਆਂ ਜਾਟ ਗੁੱਜਰ ਤੇ ਜਿਹੜੇ ਅੰਦੋਲਨ ਰਾਜਸਥਾਨ ਪੰਜਾਬ ਹਰਿਆਣੇ 'ਚ ਚੱਲ ਰਹੇ ਨੇ ਉਹਨਾਂ ਦੀ ਗੱਲ ਨਹੀਂ ਕਰ ਰਹੇ। ਪਰ ਜੇ ਵੋਟ ਬੈਂਕ ਦੀ ਹੀ ਗੱਲ ਆ, ਹਾਰਦਿਕ ਪਟੇਲ ਨੇ 10 ਲੱਖ ਬੰਦਾ ਇਕੱਠਾ ਕਰਕੇ ਮੋਦੀ ਸਾਹਿਬ ਨੂੰ ਜਾਂ ਬਿਹਾਰ ਵਾਲੀਆਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਨਜ਼ਰ ਰੱਖਦੇ ਹੋਏ ਆਪਣੇ ਸੰਕੇਤ ਦੇ ਦਿੱਤੇ ਨੇ ਕਿ ਵੀ ਆਰ ਵੈਰੀ ਪਾਵਰਫੁਲ, ਤਾਂ ਮੋਦੀ ਸਾਹਿਬ ਦੇ ਹੱਥ ਕਮਜ਼ੋਰ ਕਰਕੇ ਮੋਦੀ ਸਾਹਿਬ ਥੋੜੀ ਬਹੁਤ ਰਿਜ਼ਰਵੇਸ਼ਨ ਪਟੇਲ ਜਿਹੜੀ ਕਾਸਟ ਆ ਉਸ ਨੂੰ ਵੀ ਦੇ ਦੇਣਗੇ। ਪਰ ਜਦੋਂ ਇੰਨੀ ਲੁੱਟਮਾਰ ਮੱਚੀ ਹੋਈ ਆ ਤਾਂ ਫਿਰ ਜੱਟਾਂ ਨੂੰ, ਬਾਹਮਣਾਂ ਨੂੰ ਜਾਂ ਹੋਰ ਜਿਹੜੀਆਂ ਉੱਚ ਜਾਤੀਆਂ ਨੂੰ ਜੇ ਉਹਨਾਂ ਦਾ ਵੋਟ ਬੈਂਕ ਜਿੱਥੇ ਜਿਹੜੇ ਪ੍ਰੋਵਿੰਸ ਦੇ ਵਿੱਚ ਬੋਲਦਾ, ਜਿਹੜੇ ਰਾਜ ਦੇ ਵਿੱਚ ਬੋਲਦਾ, ਤਾਂ ਉਹਨਾਂ ਨੂੰ ਰਿਜ਼ਰਵੇਸ਼ਨ ਨਾ ਦੇਣ ਦਾ ਕਿਵੇਂ ਮੋਦੀ ਸਾਹਿਬ ਬਹਾਨਾ ਬਣਾ ਸਕਦੇ ਨੇ? ਜਦੋਂ ਵੋਟ ਬੈਂਕ ਗੁਜਰਾਤ ਦੇ ਵਿੱਚ ਆ, ਪੰਜਾਬ ਦੇ ਵਿੱਚ ਆ, ਹਰਿਆਣੇ ਦੇ ਵਿੱਚ ਆ, ਬਿਹਾਰ ਦੀਆਂ ਇਲੈਕਸ਼ਨ ਹੋਣੀਆਂ ਨੇ, ਜਦੋਂ ਤੁਸੀਂ ਵੋਟਾਂ ਲੈਣ ਲਈ ਉੱਥੇ ਲੋਕਾਂ ਨੂੰ ਭਰਮਾਉਂਦੇ ਹੋ ਤਾਂ ਗੁਜਰਾਤ ਦਾ ਸੰਕੇਤ ਦੇਣਾ ਕਿ ਅਸੀਂ ਵੀ ਵੋਟ ਬੈਂਕਾਂ, ਸਾਨੂੰ ਵੀ ਰਿਜ਼ਰਵੇਸ਼ਨ ਚਾਹੀਦੀ ਆ, ਤਾਂ ਇਹਦੇ ਵਿੱਚ ਹਾਰਦਿਕ ਪਟੇਲ ਦੀ ਕੀ ਗਲਤੀ ਆ? ਇੱਕ ਚੀਜ਼ ਮੈਂ ਇੱਥੇ ਹੋਰ ਕਹਿਣਾ ਚਾਹੁੰਦਾ ਵਾਂ ਦਵਿੰਦਰ ਜੀ, ਇੱਕ ਇੰਡੀਆ ਸਾਰੇ ਇੰਡੀਆ 'ਚ ਇੱਕ ਲਾਅ ਚਾਹੀਦਾ ਵਾ। ਮਹਾਰਾਸ਼ਟਰ ਪਿੱਛੇ ਜੇ ਬਣਾਇਆ ਸੀ ਕਿ ਜਿਹੜਾ ਪਬਲਿਕ ਪ੍ਰਾਪਰਟੀ ਜਾਂ ਪ੍ਰਾਈਵੇਟ ਪ੍ਰਾਪਰਟੀ ਦੀ ਡੈਮੇਜ ਕਰੂਗਾ ਉਹ ਉਹਨੂੰ ਪੇ ਕਰੂਗਾ। ਹੁਣ ਦੇਖੋ ਇੱਥੇ ਪਟੇਲ ਜੋ ਵੀ ਸਮੁਦਾਇ ਆ ਜਾਂ ਪਟੇਲ ਭਰਾ ਨੇ, ਇਹਨਾਂ ਨੇ ਇੱਕ ਐਜੀਟੇਸ਼ਨ ਚਲਾਇਆ, ਇੱਕ ਅੰਦੋਲਨ ਚਲਾਇਆ ਕਿ ਸਾਨੂੰ OBC ਕੈਟਾਗਰੀ 'ਚ ਸ਼ਾਮਿਲ ਕੀਤਾ ਜਾਵੇ। ਪਰ ਜਿਨ੍ਹਾਂ ਲੋਕਾਂ ਦੀਆਂ ਬੱਸਾਂ, ਟਰੱਕ, ਕਾਰਾਂ ਫੂਕੀਆਂ ਉਹਨਾਂ ਦੇ ਕੀ ਕਸੂਰ ਸੀ? ਉਹਨਾਂ ਦੇ ਤਾਂ ਕੋਈ ਕਸੂਰ ਹੀ ਨਹੀਂ ਹੈਗਾ ਸੀ। ਹੋ ਸਕਦਾ ਉਹ ਵੀ ਪਟੇਲ ਹੋਣ, ਉਹ ਵੀ ਜੋ ਮਰਜ਼ੀ ਹੋਣ। ਤੇ ਬੇਸਿਕਲੀ ਇੰਡੀਆ ਵਿੱਚ ਕਿਤੇ ਨਾ ਕਿਤੇ ਪੋਲੀਟੀਸ਼ੀਅਨ ਵੀ ਜਾਣ ਕੇ ਕੰਮ ਨਹੀਂ ਕਰਦੇ, ਕਿਉਂਕਿ ਜਿੱਦਾਂ ਕਿ ਹਾਰਦਿਕ ਪਟੇਲ ਉੱਤੇ ਆਲਰੇਡੀ ਇਲਜ਼ਾਮ ਲੱਗ ਰਹੇ ਨੇ ਕਿ ਜਾਂ ਤੇ ਕਾਂਗਰਸ ਨਾਲ ਜਾਂ BJP ਨਾਲ ਜਾਂ ਕਿਤੇ ਨਾ ਕਿਤੇ ਆਪ ਨਾਲ ਇਹ ਮਿਲੇ ਹੋਏ ਨੇ, ਇਹ ਮਤਲਬ ਕਿ ਪਰਪਸਲੀ ਐਜੀਟੇਸ਼ਨ ਚਲਾਇਆ ਗਿਆ ਵਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਗੱਲ ਤੇ ਜ਼ਰੂਰ ਹੈ ਦਵਿੰਦਰ। ਪਰ ਜਿਹੜਾ 10 ਲੱਖ ਬੰਦਾ ਇਕੱਠਾ ਹੋ ਜਾਣਾ, 10 ਲੱਖ ਬੰਦੇ ਤੋਂ ਬਾਅਦ ਇੱਕੋ ਆਵਾਜ਼ ਦੇ ਵਿੱਚ ਉਹਨਾਂ ਨੇ ਆਵਾਜ਼ ਉਠਾਉਣੀ, 2000 ਦੇ ਤਕਰੀਬ ਵਿਅਕਤੀਆਂ ਦਾ ਭੁੱਖ ਹੜਤਾਲ ਤੇ ਜਾਂ ਮਰਨ ਵਰਤੇ ਬੈਠ ਜਾਣਾ, ਕੋਈ ਮੰਗ ਤਾਂ ਉਹਨਾਂ ਦੀ ਜਾਇਜ਼ ਆ। ਇਹ ਤਾਂ ਨਹੀਂ ਕਿ ਪੁਲਿਸ ਜਾ ਕੇ ਅਹਿਮਦਾਬਾਦ ਦੇ ਵਿੱਚ ਆਪਣੀ ਬਦਸਲੂਕੀ ਡੰਡੇ ਚਲਾਵੇ। ਜਿਵੇਂ ਗੱਲ ਕੀਤੀ ਹੈ ਤੇ ਤੁਸੀਂ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ, ਪਬਲਿਕ ਪ੍ਰਾਪਰਟੀ ਪਬਲਿਕ ਨੂੰ ਵੀ ਸੰਚਾਇਆ ਜਾਂਦਾ। ਇਹੋ ਜਿਹੀਆਂ ਗੱਲਾਂ ਦੇ ਨਾਲ ਜਿਹੜੇ ਆਰਥਿਕ ਮੰਦਭਾਗੀ 'ਚ ਅਸੀਂ ਜਾ ਰਹੇ ਹਾਂ ਉਸ ਨੂੰ ਕਾਫੀ ਬੜਾਵਾ ਮਿਲਦਾ। ਜਿਹੜੇ ਆਮ ਵਿਦੇਸ਼ੀ FIs ਨੇ, ਫੋਰਨ ਇਨਵੈਸਟਮੈਂਟ, ਜਿਹੜੇ ਲੋਕੀ ਇੱਥੋਂ ਜਾਂਦੇ ਨੇ, ਉਹ ਗੱਲਾਂ ਦੇ ਵਿੱਚ ਜ਼ਰੂਰ ਜਾਣਦੇ ਨੇ ਕਿ ਦੇਸ਼ ਦੇ ਹਾਲਤ ਠੀਕ ਨਹੀਂ ਹੈ ਇਨਵੈਸਟਮੈਂਟ ਦੇ ਲਈ, ਜਿਹੜੀ ਆਰਥਿਕ ਮੰਦੀ ਹੋਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਆ। ਪਰ ਕੀ ਇਹ ਗੱਲ ਨਹੀਂ ਹੋ ਸਕਦਾ ਕਿ ਸਾਰੀਆਂ ਪਾਰਟੀਆਂ ਨੂੰ, ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਨੂੰ ਇੱਕ ਯੂਨੈਨਿਮਸ ਅਪਰੋਚ ਬਣਾਉਣੀ ਚਾਹੀਦੀ ਆ? ਇਹ ਨਹੀਂ ਕਿ ਬਿਹਾਰ ਦੀਆਂ ਇਲੈਕਸ਼ਨਾਂ ਆਈਆਂ ਤਾਂ ਫਲਾਨੀ ਕਿਸੇ ਵਰਗ ਨੂੰ ਤੁਸੀਂ ਜਾਤ ਪਾਤ ਦੇ ਆਧਾਰ ਤੇ ਰਿਜ਼ਰਵੇਸ਼ਨ ਦੇ ਦਿਓ, ਜਾਂ ਦੂਜੇ ਪਾਸੇ ਆਪਣੇ ਪਹਿਲੀਆਂ ਵੋਟਾਂ ਜਿਹੜੀ ਗੁਜਰਾਤ ਦੀ ਵੋਟ, ਜਿਹੜੇ ਉਹੀ ਪਟੇਲ ਵਰਗ ਤੋਂ ਵੋਟਾਂ ਲੈ ਕੇ ਪਹਿਲਾਂ ਤੁਸੀਂ ਮੁੱਖ ਮੰਤਰੀ ਬਣਦੇ ਹੋ, ਫਿਰ ਪ੍ਰਧਾਨ ਮੰਤਰੀ ਬਣਦੇ ਹੋ, ਫਿਰ ਉਹਨਾਂ ਨੂੰ ਭੁੱਲ ਜਾਂਦੇ ਹੋ। ਜੇ ਤੁਸੀਂ ਇਹ ਗੱਲ ਕਰਨੀ ਆ, ਮੈਂ ਇਹ ਕਮੈਂਟ ਕਰਨਾ ਚਾਹਨੀ ਹਾਂ, ਮੈਂ ਇੱਥੇ ਇਹ ਕਮੈਂਟ ਕਰਨਾ ਚਾਹਨੀ ਹਾਂ ਕਿ ਜਿਸ ਤਰ੍ਹਾਂ ਪਟੇਲ ਕਮਿਊਨਿਟੀ ਪਹਿਲਾਂ ਕਾਂਗਰਸ ਨੂੰ ਸਪੋਰਟ ਕਰੀ ਸੀ, ਸੋ ਉਸ ਤੋਂ ਬਾਅਦ ਉਹਨਾਂ ਨੇ BJP ਨੂੰ ਸਪੋਰਟ ਕਰਨ ਦਾ ਫੈਸਲਾ ਕੀਤਾ, ਤੇ ਜਿਹੜਾ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਸੁਪਨਾ ਵਿਖਾਇਆ ਵਾਈਬ੍ਰੈਂਟ ਗੁਜਰਾਤ ਦਾ, ਠੀਕ ਹੈ। ਕਈ ਅਜਿਹੀਆਂ ਜੇ ਅਸੀਂ ਗੱਲ ਕਰੀਏ ਕਿ 10 ਲੱਖ ਬੰਦੇ ਦਾ ਇਕੱਠ ਉਸ ਕੋਲ ਕਿੱਦਾਂ ਆ ਗਿਆ, ਇਹ ਤਾਂ ਸਾਫ਼ ਜੀ ਗੱਲ ਹੈ ਕਿ ਇੰਨਾ ਜਿਹੜਾ ਐਮੇਚਿਓਰ ਮਤਲਬ ਕਿ ਕੋਈ ਪੋਲੀਟੀਕਲ ਲੀਡਰ ਬਣਨ ਜਾ ਰਿਹਾ, ਇੰਨੀ ਛੋਟੀ ਉਮਰ ਦਾ, ਜਿਹਦਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਤੱਕ ਨਹੀਂ ਹੈਗਾ, ਉਹਨੂੰ ਇੰਨਾ ਵੱਡਾ ਉਹਦੇ ਲਈ ਇਕੱਠ ਜਿਹੜਾ ਹੈ ਇਕੱਠਾ ਕਰਨਾ ਐਜ਼ ਇਟ ਇਜ਼ ਬੜਾ ਸਰਪ੍ਰਾਈਜ਼ਿੰਗ ਲੱਗਦਾ। ਤੇ ਆਈ ਵੋਂਟ ਬੀ ਸਰਪ੍ਰਾਈਜ਼ਡ ਕਿ ਕੋਈ ਨਾ ਕੋਈ ਪੋਲੀਟੀਕਲ ਪਾਰਟੀ ਇਹਨੂੰ ਬੈਕ ਕਰ ਰਹੀ ਹੈ, ਕੋਈ ਨਾ ਕੋਈ ਪੋਲੀਟੀਕਲ ਪਾਰਟੀ ਦਾ ਬੰਦਾ ਇਹਨੂੰ ਬੈਕ ਕਰ ਰਿਹਾ ਹੈਗਾ। ਦੂਜੀ ਗੱਲ ਇਹ ਹੈ ਕਿ ਵਾਈਬ੍ਰੈਂਟ ਗੁਜਰਾਤ ਤੇ ਜਿਹੜਾ ਕਿਹੜੀ ਪੋਲੀਟੀਕਲ ਪਾਰਟੀ, ਥੋੜਾ ਜਿਹਾ
ਹਰਨੇ ਜੀ ਇੱਕ ਥੋੜੀ time ਜਿਹੀ ਦੱਸੇਗਾ ਸਪੈਸੀਫਿਕ ਦਵਿੰਦਰ ਜੀ, ਹੋਵੋ ਕੋਈ ਕੁਝ ਨਹੀਂ ਕਹਿ ਸਕਦਾ। ਤੁਸੀਂ ਸਾਰੀਆਂ ਹਿੰਦੁਸਤਾਨ ਦੀਆਂ ਪੋਲੀਟੀਕਲ ਪਾਰਟੀ ਦੇ ਦੋਸ਼ ਨਹੀਂ ਲਾ ਸਕਦੇ। ਨਿਤੀਸ਼ ਕੁਮਾਰ ਦੀ ਵੀ ਪਟੇਲ ਨਾਲ ਗੱਲ ਕੀਤੀ ਗਈ ਹੈ ਤੇ ਉਸ ਤੋਂ ਇਹ ਵੀ ਲੱਗ ਸਕਦਾ ਹੈ ਕਿ ਹਾਂ ਉਹ ਵੀ ਉਹਨੂੰ ਸਪੋਰਟ ਕਰ ਰਹੇ ਹਨ, ਆਮ ਆਦਮੀ ਪਾਰਟੀ ਸਪੋਰਟ ਕਰੀਏ ਤੇ ਵਕਤ ਹੀ ਦੱਸੇਗਾ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਲੋਕੀ, ਪਰ ਮੈਨੂੰ ਆਈ ਵੋਂਟ ਬੀ ਸਰਪ੍ਰਾਈਜ਼ ਕਿ ਜੇ 10 ਲੱਖ ਲੋਕ ਇਕੱਠੇ ਹੋ ਵੀ ਗਏ, ਕਿਉਂਕਿ ਵਾਈਬ੍ਰੈਂਟ ਗੁਜਰਾਤ ਦੇ ਸੁਪਨੇ ਤੋਂ ਜੇ ਉਹ ਪੂਰਾ ਨਹੀਂ ਹੋਇਆ ਤੇ ਕਾਫੀ ਜਿਹੜੀਆਂ ਕਮਿਊਨਿਟੀਆਂ ਨੇ ਉਹ ਖੁਸ਼ ਨਹੀਂ ਹੈ ਨਰਿੰਦਰ ਮੋਦੀ ਤੋਂ, ਉਹਨਾਂ ਦੇ ਉਸ ਵਾਈਬ੍ਰੈਂਟ ਗੁਜਰਾਤ ਦੇ ਪਲਾਨ ਤੋਂ ਖੁਸ਼ ਨਹੀਂ। ਤੇ ਆਈ ਵੋਂਟ ਬੀ ਸਰਪ੍ਰਾਈਜ਼ਡ ਕਿ ਬਿਹਾਰ ਦੀ ਇਲੈਕਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਜਰਾਤ ਵਿੱਚ ਵੀ ਬੀਜੇਪੀ ਦੇ ਖਿਲਾਫ ਜੋ ਹੈ ਕਿ ਗੱਠਜੋੜ ਕੀਤਾ ਜਾ ਸਕਦਾ ਹੈ। ਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਟੇਟ ਫੰਡਿੰਗ ਮੰਗੀ ਗਈ ਹੈ, ਗੁਜਰਾਤ 'ਚ ਵੀ ਕੋਈ ਅਜਿਹਾ ਜਿਹਾ ਸਿਚੁਏਸ਼ਨ ਕ੍ਰੀਏਟ ਕਰਕੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਜਾਂ ਭਾਵੇਂ ਕਾਸਟ ਦੇ ਤੌਰ ਤੇ, ਰਿਜ਼ਰਵੇਸ਼ਨ ਦੇ ਤੌਰ ਤੇ ਜਾਂ ਫੰਡਿੰਗ ਦੇ ਤੌਰ ਤੇ ਬਦਲਾਵ ਦੀ ਮੰਗ ਕੀਤੀ ਜਾਏ। ਜਦੋਂ ਗੱਲਬਾਤ ਜਾਤ ਪਾਤ ਦੀ ਕੀਤੀ ਜਾਂਦੀ ਆ, ਕੀ ਉਹ ਸਮਾਂ ਆ ਚੁੱਕਿਆ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਇੱਕ ਕਾਨੂੰਨ ਬਣਾ ਦਿੱਤਾ ਜਾਣਾ ਚਾਹੀਦਾ ਕਿ ਅਸੀਂ ਜਾਤ ਪਾਤ ਦਾ ਭੇਦਭਾਵ ਨਹੀਂ ਰੱਖਦੇ, ਸਾਰੀਆਂ ਹੀ ਜਾਤਾਂ ਨੂੰ OBC ਦੇ ਅੰਡਰ ਲੈ ਲੈਣਾ ਚਾਹੀਦਾ? ਪਰਮਿੰਦਰ ਸਿੰਘ ਜੀ। ਦਵਿੰਦਰ ਸਿੰਘ ਜੀ, ਇੱਥੇ ਸਾਰੀਆਂ ਜਾਤਾਂ ਨੂੰ OBC ਦੇ ਅੰਡਰ ਨਹੀਂ ਲਿਆ ਜਾ ਸਕਦਾ। ਫਿਰ ਤੇ ਕਿਉਂ ਨਹੀਂ ਲੈ ਕੇ ਜਾਇਆ ਜਾ ਸਕਦਾ? ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਹਰਨੇਹਾ ਜੀ ਨੇ ਮੋਦੀ ਜੀ ਦੇ ਪਿੱਛੇ ਪਾ ਦਿੱਤੀਆਂ ਸੀ। ਹਾਲਾਂਕਿ ਸ਼ੀ ਡਸਨਟ ਹੈਵ ਐਨੀ ਫੈਕਟ, ਬਟ ਸ਼ੀ ਵਾਸ ਜਸਟ ਸਪੈਕੂਲੇਟਿੰਗ, ਆਪਣੀ ਮਨ ਘੜਤ ਗੱਲ ਸੁਣਾ ਰਹੇ ਸੀ ਕਿ ਆਮ ਆਦਮੀ ਪਾਰਟੀ ਵੀ ਹੋ ਸਕਦੀ ਆ, ਅਕਾਲੀ ਦਲ ਬਾਦਲ ਵੀ ਹੋ ਸਕਦਾ, ਬਿਹਾਰ ਦੀ ਨਿਤਿਸ਼ ਯਾਦਵ ਵੀ ਹੋ ਸਕਦੇ ਨੇ। ਤੁਹਾਨੂੰ ਕੀ ਲੱਗਦਾ ਦਵਿੰਦਰ ਜੀ, ਤੁਹਾਡੇ ਕੋਲ ਕੋਈ ਫੈਕਟਸ ਇਹ ਬੈਕਅਪ ਕਰਨ ਦੇ ਕਿ ਹਾਰਦਿਕ ਪਟੇਲ ਨੂੰ ਕਿਹੜੀ ਪਾਰਟੀ ਸਪੋਰਟ ਕਰੀਏ, ਕਿ ਤੁਸੀਂ ਨਹੀਂ ਮੰਨਦੇ ਕਿ ਹਾਰਦਿਕ ਪਟੇਲ ਨੂੰ ਕੋਈ ਪਾਰਟੀ ਸਪੋਰਟ ਕਰ ਰਹੀ ਹੈ ਕਿ ਨਹੀਂ? ਤੁਸੀਂ ਪੰਜਾਬ ਦੇ ਵਿੱਚ ਕਿਸੇ ਹੋਰ ਵਰਗ ਨੂੰ ਰਿਜ਼ਰਵੇਸ਼ਨ ਦੇਣਾ ਚਾਹੁੰਦੇ ਹੋ, ਬਿਹਾਰ ਦੇ ਵਿੱਚ ਕਿਸੇ ਹੋਰ ਨੂੰ, ਗੁਜਰਾਤ ਦੇ ਵਿੱਚ ਕਿਸੇ ਹੋਰ ਨੂੰ? ਮੈਂ ਕਹਿ ਰਹੀ ਹਾਂ ਕਿ ਰਿਜ਼ਰਵੇਸ਼ਨ ਦੀ ਮੰਗ ਕੀਤੀ ਜਾ ਸਕਦੀ ਹੈ। ਜੇ ਪੰਜਾਬ ਸਰਕਾਰ ਫੰਡਿੰਗ ਦੀ ਮੰਗ ਕਰ ਸਕਦੀ ਹੈ ਬਿਹਾਰ ਨੂੰ ਤੇ ਗੁਜਰਾਤ 'ਚ ਵੀ ਕੋਈ ਨਾ ਕੋਈ ਸਿਚੁਏਸ਼ਨ ਕ੍ਰੀਏਟ ਕਰਕੇ ਮੰਗ ਕੀਤੀ ਜਾ ਇੱਕ ਮਿੰਟ, ਪਰਮਿੰਦਰ ਸਿੰਘ ਜੀ, ਸਾਰੀਆਂ ਜਾਤਾਂ ਨੂੰ OBC ਬਣਾ ਦਿੱਤਾ ਜਾਵੇ। ਦਵਿੰਦਰ ਜੀ, ਇੱਕ ਮਿੰਟ, ਮੈਂ ਇੱਕ ਜਿਹੜਾ ਮੈਨੂੰ ਫੈਕਟ ਪਤਾ ਲੱਗਾ, ਮੈਂ ਉਹ ਆਪਣੇ ਦਰਸ਼ਕਾਂ ਅੱਗੇ ਰੱਖਣਾ ਬਹੁਤ ਜ਼ਰੂਰੀ ਸਮਝਦਾ ਕਿ ਹਾਰਦਿਕ ਪਟੇਲ ਜਿਹੜਾ ਹੈਗਾ ਆ, ਇਹਦੀਆਂ ਫੋਟੋਗ੍ਰਾਫਸ ਜਿਹੜੀਆਂ VHP ਜਿਹੜੀ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਹੈਗੇ ਆ, ਪ੍ਰਵੀਨ ਤੋਗੜੀਆ, ਉਹਨਾਂ ਦੇ ਨਾਲ ਫੋਟੋਗ੍ਰਾਫਸ ਆਈਆਂ ਆ। ਬਕਾਇਦਾ ਉਹਨਾਂ ਨੇ ਇੱਕ ਪਾਸੇ ਰਿਵਾਲਵਰ ਪਾਇਆ ਹੋਇਆ ਆ ਔਰ ਬੜੇ ਟੌਰ ਦੇ ਨਾਲ ਉਹ ਫੋਟੋ ਖਿਚਵਾ ਰਹੇ ਆ। ਸੋ ਅਸੀਂ ਕਿਤੇ ਨਾ ਕਿਤੇ ਥੋੜਾ ਜਿਹਾ ਅੰਦਾਜ਼ਾ ਲਗਾ ਕਿ ਨਾ ਇੱਕ ਮੈਂ ਤੁਹਾਡੀ ਇੱਕ ਐਡ ਕਰਨਾ ਚਾਹੁੰਦਾ ਪਰਮਿੰਦਰ ਜੀ, ਜਿੱਥੋਂ ਕਿ ਉਹਨਾਂ ਪੱਲਾ ਝਾੜ ਰਹੇ ਨੇ, ਉਹ ਕਹਿ ਰਹੇ ਨੇ ਮੈਂ ਵਿਆਹ ਤੇ ਗਿਆ ਸੀ, ਉੱਥੇ ਮੈਨੂੰ ਮਿਲ ਪਏ। ਨਹੀਂ, ਪਰ ਇਹਦੇ ਚ ਪਰਮਿੰਦਰ ਸਿੰਘ ਜੀ, ਇਹਦਾ ਰਿਜ਼ਰਵੇਸ਼ਨ ਦਾ ਕੀ ਲੈਣਾ ਦੇਣਾ? ਵੈਸੇ ਤੁਸੀਂ ਇੱਕ ਨਿਊਜ਼ ਪੜ੍ਹੀ ਲਿਖੀ ਮੈਨੂੰ ਸੁਣਾ ਰਹੇ ਹੋ। ਆਮ ਨਾਟ ਇੰਟਰਸਟਿਡ ਇਨ ਦਿਸ, ਆਮ ਓਨਲੀ ਇੰਟਰਸਟਿਡ ਫॉर ਰਿਜ਼ਰਵੇਸ਼ਨ, ਕਿ ਰਿਜ਼ਰਵੇਸ਼ਨ ਦੇ ਵਿੱਚ 22 ਸਾਲਾ ਨੌਜਵਾਨ ਅੱਗੇ ਆਇਆ। ਇਹ ਭਾਜਪਾ ਨੇ ਅੱਗੇ ਲਿਆਂਦਾ, ਆਮ ਆਦਮੀ ਪਾਰਟੀ ਨੇ ਲਿਆਂਦਾ, ਕਾਂਗਰਸ ਨੇ ਲਿਆਂਦਾ। ਹੁਣ ਜੇ ਉਹ ਕੱਲ ਨੂੰ ਤੁਸੀਂ ਕਹੋਗੇ ਫਾਰਮਿੰਗ ਕਰਦਾ, ਹੀਰੇ ਜੜਦਾ, ਉਹਦੀ ਪਰਸਨਲ ਲਾਈਫ, ਲੈਟਸ ਡੋਨਟ ਗੋ देयर। Are you trying to tell me he is a criminal? That's why he is bringing 10 speculations? ਬਿਲਕੁਲ ਦਵਿੰਦਰ ਜੀ, ਬਿਲਕੁਲ ਉਹਦੀ ਇੱਕ ਬੈਕਗ੍ਰਾਉਂਡ ਥੋੜੀ ਜਿਹੀ ਕ੍ਰਿਮੀਨਲ ਵੀ ਆਈ ਹੈ। ਜਿਹੜਾ ਇੱਕ ਗਰੁੱਪ ਦਾ ਪ੍ਰਧਾਨ ਜਿਸ ਨੂੰ ਬਣਾਇਆ ਗਿਆ ਸੀਗਾ, ਉਸ ਗਰੁੱਪ ਨੇ ਅੱਗੇ ਜਾ ਕੇ ਉਹਦੇ ਉੱਤੇ FIR ਦਰਜ ਕਰਵਾਈ ਹੋਈ ਹੈ ਕਿ ਇਹਨੇ 2 ਲੱਖ ਰੁਪਇਆ ਜਿਹੜਾ ਉਹ ਮੋੜਿਆ ਨਹੀਂ ਹੈਗਾ। ਖੈਰ ਉਹ ਡਿਫਰੈਂਟ ਕੇਸ ਹੈਗਾ, ਪਰ ਉਸ ਦਾ ਇਸ ਐਜੀਟੇਸ਼ਨ ਨਾਲ ਕੀ ਲੈਣਾ ਦੇਣਾ? ਦਵਿੰਦਰ ਜੀ, ਲੈਟ ਮੀ ਕਮ ਟੂ ਦਾ ਪੁਆਇੰਟ। ਐਜੀਟੇਸ਼ਨ ਜਿਹੜੀ ਕੱਲ ਨੂੰ ਤੁਸੀਂ ਮੈਨੂੰ, ਕੱਲ ਨੂੰ ਪਰਮਿੰਦਰ ਸਿੰਘ, ਕੱਲ ਨੂੰ ਮੈਨੂੰ ਤੁਸੀਂ ਕਹੋਗੇ ਉਹਨੇ ਕੱਲ ਨੂੰ ਨੀਲਾ ਝੱਗਾ ਪਾਇਆ, ਨੀਲਾ ਪਜਾਮਾ ਪਾਇਆ, ਤੇ ਉਹ ਐਜੀਟੇਸ਼ਨ ਨਹੀਂ ਕਰ ਸਕਦਾ? ਦਵਿੰਦਰ ਜੀ, ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਹੈਗੀ। ਮੈਂ ਸਿਰਫ ਆਪਣਾ ਪੁਆਇੰਟ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਐਡਾ ਵੱਡਾ ਐਜੀਟੇਸ਼ਨ ਕਰਨਾ, ਉਹਦੇ ਪਿੱਛੇ ਬਹੁਤ ਵੱਡੀ ਪਾਵਰ ਚਾਹੀਦੀ ਆ, ਬਹੁਤ ਵੱਡੀ ਬਕਾਇਦਾ ਫੁੱਲ ਫਲੈਜ ਇੱਕ ਕਹਿ ਸਕਦੇ ਆ ਐਸਟੈਬਲਿਸ਼ਡ ਜਿਹੜੀ ਪੋਲੀਟੀਕਲ ਪਾਰਟੀ ਜਿਹੜੀ ਚਾਹੀਦੀ ਆ। ਉਹਦੇ ਚ ਵੱਡੀਆਂ ਤਾਕਤਾਂ ਦਾ ਹੱਥ ਆ, ਤਾਂ ਮੈਨੂੰ ਇੱਕ ਵੀ ਵੱਡੀ ਤਾਕਤ ਦਾ ਨਾਂ ਦੱਸੋ। ਦਵਿੰਦਰ ਜੀ, ਇੱਥੇ ਮੇਰੇ RSS ਦਾ ਵੀ ਹੱਥ ਹੋ ਸਕਦਾ ਜੀ। ਜੇ ਅਗੇਂਸਟ ਜੇ RSS ਨੂੰ ਲੱਗਦਾ ਪਿਆ ਕਿ ਹਾਂਜੀ ਮੋਦੀ ਸਾਹਿਬ ਸਾਡੀ ਕੋਈ ਇੱਕ ਪਾਰਟਿਕੂਲਰ ਪੁਆਇੰਟ ਹੈਗਾ ਜਿਹੜਾ ਉਹ ਅੱਗੇ ਚੱਕਣ ਦੀ ਕੋਸ਼ਿਸ਼ ਕਰਦੇ ਪਏ ਔਰ ਸੁਣਦੇ ਨਹੀਂ ਪਏ, ਉਹਨਾਂ ਨੂੰ ਵੀ ਬਲੈਕਮੇਲ ਕੀਤਾ ਜਾ ਸਕਦਾ। ਸੋ ਦੈਟਸ ਅ ਹੋਲ ਡਿਫਰੈਂਟ ਸਟੋਰੀ। ਪਰ ਇੱਥੇ ਮੁੱਕਦੀ ਗੱਲ ਹਿੰਦੁਸਤਾਨ ਦੀ ਬਦਕਿਸਮਤੀ, ਹਰਪ੍ਰੀਤ ਜੀ ਤੋਂ ਮੈਂ ਜਸਟੀਫਿਕੇਸ਼ਨ ਲੈਣਾ ਚਾਹੁੰਦਾ। ਜ਼ਰੂਰੀ ਸਮਝ ਪਰਮਿੰਦਰ ਸਿੰਘ ਜੀ, ਮੈਂ ਡਿਬੇਟ ਦੇ ਵਿੱਚ ਬੈਠਾ, ਮੈਂ ਸਪੀਚਾਂ ਸੁਣਨ ਦੇ ਵਿੱਚ ਨਹੀਂ ਇੰਟਰਸਟਿਡ ਹੈਗਾ। ਤੁਸੀਂ ਮੈਨੂੰ ਦੱਸ ਦਿੱਤਾ ਕਿ RSS ਦਾ ਹੱਥ ਆ। ਹੁਣ ਮੈਂ ਹਰਪ੍ਰੀਤ ਜੀ ਤੋਂ ਪੁੱਛਣਾ ਚਾਹੁੰਦਾ ਕਿ RSS ਨੂੰ ਕੀ ਲੋੜ ਆ ਕਿ ਬਿਹਾਰ ਦੀ ਇਲੈਕਸ਼ਨ ਤੋਂ ਪਹਿਲਾਂ ਐਡਾ ਵੱਡਾ ਅੰਦੋਲਨ ਮੋਦੀ ਸਾਹਿਬ ਦੇ ਉਲਟ ਕਿਉਂ ਟੁਰਾਵੇ? ਦਵਿੰਦਰ ਜੀ, ਦੇਖੋ, ਜੋ ਪਰਮਿੰਦਰ ਜੀ ਕਹਿ ਰਹੇ ਹੋ ਵੀ ਸਕਦਾ ਹੈ। ਅੰਦੋਲਨ ਆਪਾਂ ਕਹਿ ਰਹੇ ਹਾਂ ਮੋਦੀ ਸਾਹਿਬ ਦੇ ਉਲਟ ਆ, ਪਰ ਇਹ RSS ਕਰਵਾ ਰਹੀ ਆ। BJP, ਮੈਂ BJP ਦੀ ਗੱਲ ਕਰ ਰਿਹਾ। BJP ਹੀ ਆਪਣੇ ਉਲਟ ਅੰਦੋਲਨ ਕਰਵਾ ਰਹੀ ਆ। ਨਹੀਂ,
ਕਿਤੇ ਨਾ ਕਿਤੇ ਆਪਣੀ ਤਾਕਤ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਡੇ ਕੋਲ ਇੰਨੀ ਤਾਕਤ ਹੈਗੀ ਹੈ। ਆਪਾਂ ਨੂੰ ਲੱਗ ਰਿਹਾ ਉਲਟਿਆ, ਪਰ ਜਦ ਵੇਖੀਏ ਦਵਿੰਦਰ ਜੀ ਇਹ ਕਿਤੇ ਨਾ ਕਿਤੇ ਵੇਖਿਆ ਜਾਵੇ ਤੇ ਇੱਕ ਬੈਕਬੋਨ ਦਿਖਾ ਰਹੇ ਪਰ ਜੀ ਇਹ ਤਾਕਤ ਦਿਖਾਉਣੀ ਸੀ ਤਾਂ ਬਿਹਾਰ 'ਚ ਦਿਖਾਉਣ, ਗੁਜਰਾਤ 'ਚ ਕਿਉਂ ਦਿਖਾਉਂਦੇ ਨੇ? ਬਿਹਾਰ 'ਚ ਦੇਖੋ, ਬਿਹਾਰ ਚੱਲਦੀ ਹੈ ਜੇ ਆਪਾਂ ਵੇਖੀਏ ਯਾਦਵ ਭਰਾਵਾਂ ਦੀ, ਰਾਈਟ? ਬਿਹਾਰ 'ਚ ਜਾਦਵ ਕਿਸੇ ਜਾਤ ਦਾ ਨਾਂ ਨਹੀਂ ਹੈਗਾ, ਬਿਲਕੁਲ ਹੈਗਾ। ਹਾਂ, ਤਾਂ ਫਿਰ ਜਾਦਵ ਕਿਹੜੀ ਗੱਲ ਨਾਲ ਬੀਜੇਪੀ ਤੇ ਐਲੀਗੇਸ਼ਨ ਲਾਉਂਦੇ ਨੇ? ਨਹੀਂ, ਪਰ ਤੁਸੀਂ ਕਹਿ ਰਹੇ ਹੋ ਬਿਹਾਰ 'ਚ ਵਿਖਾਵੇ, ਜੇ ਹੁਣ ਬਿਹਾਰ 'ਤੇ ਜੇ ਤਾਕਤ ਵਿਖਾਉਣਗੇ ਲਾਲੂ ਯਾਦਵ ਜਾਂ ਆਪਣੇ ਨਿਤੀਸ਼ ਕੁਮਾਰ ਜਾਂ ਦੂਜੇ ਯਾਦਵ ਬ੍ਰਦਰ ਵਿਖਾਉਣਗੇ, ਬੀਜੇਪੀ ਦੀ ਕਿਤੇ ਉੱਥੇ ਅਜੇ ਤੱਕ ਇੰਨੀ ਪਕੜ ਨਹੀਂ ਹੈਗੀ। ਕਿਤੇ ਨਾ ਕਿਤੇ ਜੋ ਤਾਕਤ ਦਾ ਇਹ ਕੀਤਾ ਜਾ ਰਿਹਾ, ਪੇਸ਼ ਕੀਤਾ ਜਾ ਰਿਹਾ, ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਬੀਜੇਪੀ ਦੀ ਪਾਲਿਸੀ ਆ, ਕਿਤੇ ਨਾ ਕਿਤੇ ਆਪਣੀ ਤਾਕਤ ਵਿਖਾ ਰਹੇ ਨੇ। ਜੇ ਤੁਸੀਂ ਵੇਖਿਓ ਤੇ ਸਾਰੇ ਕਿਤੇ ਜਿੱਦਾਂ ਆਰਐਸਐਸ ਤੇ ਬਜਰੰਗ ਦਲ ਵਾਲੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਨੇ, ਇਹ ਕਿਤੇ ਨਾ ਕਿਤੇ ਉਹਦੀ ਹੀ ਪਾਲਿਸੀ ਹੈ। ਹੋਰ ਥੋੜੇ ਦਿਨਾਂ ਚੱਲ ਕੇ ਆਪਾਂ ਨੂੰ ਸਾਹਮਣੇ ਲੱਗ ਜਾਊਗਾ ਕਿ ਕੀ ਚੱਕਰ ਸੀ। ਜੇ ਮੈਂ ਇਹ ਕਹਿ ਦੇਵਾਂ ਕਿ ਜਿਹੜਾ ਅੰਦੋਲਨ ਹੋਇਆ ਪਿਛਲੇ 40-50 ਦਿਨਾਂ ਤੋਂ ਅੰਦੋਲਨ ਚੱਲ ਰਿਹਾ, ਹਾਲਾਂਕਿ ਜਿਹੜੀ ਵੱਡੀ ਰੈਲੀ ਸੀ ਉਹ 2 ਦਿਨ ਪਹਿਲਾਂ ਕੀਤੀ ਗਈ, ਮੰਗਲਵਾਰ ਨੂੰ ਕੀਤੀ ਗਈ, ਹਿੰਸਾ ਵੀ ਭੜਕੀ ਆ, ਮੋਦੀ ਸਾਹਿਬ ਦੀ ਜਿਹੜਾ ਉਹਨਾਂ ਦਾ ਐਕਚੁਅਲੀ ਗੁਜਰਾਤ ਤੇ ਹੋਲਡ ਆ ਉਹ ਕਾਫੀ ਵੀਕ ਹੋਇਆ। ਜੇ ਮੈਂ ਕਹਿ ਦੇਵਾਂ ਕਿ ਮੈਂ ਤਾਂ ਸਪੈਕੂਲੇਸ਼ਨ ਹੀ ਕਰ ਰਿਹਾ, ਪਰ ਕੋਈ ਫੈਕਟ ਤਾਂ ਨਹੀਂ ਹੈਗੇ ਕਿ ਬੀਜੇਪੀ ਦਾ ਤਾਂ ਹੱਥ ਹੋ ਹੀ ਨਹੀਂ ਸਕਦਾ, ਕਿਉਂਕਿ ਬੀਜੇਪੀ ਦੀ ਛਵੀ ਕਾਫੀ ਵਿਗੜੀ ਆ, ਕਿਉਂਕਿ ਜਿਹੜੇ ਹਾਰਦਿਕ ਪਟੇਲ ਦੀ ਬਿਆਨਬਾਜ਼ੀ ਆ ਉਹ ਨਰਿੰਦਰ ਮੋਦੀ ਦੇ ਕਾਫੀ ਉਲਟਾ। ਨਰਿੰਦਰ ਮੋਦੀ ਹਾਲਾਂਕਿ ਚੁੱਪੀ ਛਾਂਦੇ ਰੱਖਦੇ ਨੇ, ਪਰ ਇਸ ਵਾਰੀ ਉਹਨਾਂ ਨੇ ਹਿੰਸਾ ਤੇ ਆਪਣਾ ਪ੍ਰਤੀਕਰਮ ਜ਼ਰੂਰ ਦਿੱਤਾ, ਹਿੰਸਾ ਰੋਕਣ ਲਈ ਲੋਕਾਂ ਨੂੰ ਪ੍ਰੇਰਿਆ। ਉਸੇ ਸੂਬੇ ਨੂੰ ਬਿਲੋਂਗ ਕਰਦੇ ਨੇ। ਹਾਰਦਿਕ ਪਟੇਲ ਨੇ 5 ਉਦਯੋਗਪਤੀਆਂ ਦੀ ਗੱਲ ਕੀਤੀ ਆ ਕਿ 5 ਉਦਯੋਗਪਤੀਆਂ ਤੋਂ ਬਿਨਾਂ ਮੋਦੀ ਸਾਹਿਬ ਨੇ ਕਿਸੇ ਨੂੰ ਬੈਨੀਫਿਟ ਨਹੀਂ ਦਿੱਤਾ। ਮੋਦੀ ਸਾਹਿਬ ਦੇ ਹੀ ਉਲਟ ਚੱਲਦੇ ਪਏ ਨੇ, ਤਾਂ ਮੋਦੀ ਸਾਹਿਬ ਆਪਣੇ ਉਲਟ ਅੰਦੋਲਨ ਕਿਉਂ ਕਰਾ ਸਕਦੇ ਨੇ? ਹਰਨਿਆ ਜੀ ਮੇਰੀ ਗੱਲ ਨਾਲ ਸਹਿਮਤ ਹੋ ਜਾਂ ਨਹੀਂ? ਮੈਂ ਕੁਝ ਹੱਦ ਤੱਕ ਤੇ ਸਹਿਮਤ ਹਾਂ, ਪਰ ਦਵਿੰਦਰ ਜੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀ ਸਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤ ਵਿੱਚ ਘੱਟ ਹੋਈ ਹੈ ਉਹਦੇ ਲਈ ਉਹ ਖੁਦ ਹੀ ਜ਼ਿੰਮੇਵਾਰ ਹਨ, ਕਿਉਂਕਿ ਪ੍ਰਧਾਨ ਮੰਤਰੀ ਨੇ ਕਈ ਸਾਰੇ ਜਿਹੜੇ ਇਸ ਵੇਲੇ ਉਹਨਾਂ ਦੇ ਰਿਲੇਟਡ, ਉਹਨਾਂ ਦੇ ਬਿਆਨ ਦੇ ਰਿਲੇਟਡ, ਉਹਨਾਂ ਦੀ ਟਿੱਪਣੀਆਂ ਦੇ ਰਿਲੇਟਡ ਕਈ ਸਾਰੇ ਵਿਵਾਦ ਚੱਲ ਰਹੇ ਹਨ, ਤੇ ਉਸ ਨਾਲ ਮੈਨੂੰ ਲੱਗਦਾ ਹੈ ਕਿ ਗੁਜਰਾਤੀ ਕਮਿਊਨਿਟੀ ਥੋੜੀ ਜਿਹੀ ਉਹਨਾਂ ਤੋਂ ਜਿਹੜਾ ਪਿੱਛਾ ਆਪਣਾ ਪੱਲਾ ਪਿੱਛਾ ਖਿੱਚ ਰਹੀ ਹੈ। ਜਦੋਂ ਗੱਲ ਰਿਜ਼ਰਵੇਸ਼ਨ ਦੀ ਕੀਤੀ ਜਾਵੇ ਤਾਂ ਕਈ ਹਿੰਦੁਸਤਾਨੀ, ਕਈ ਪੰਜਾਬੀ, ਕਈ ਹਰਿਆਣਵੀ, ਕਈ ਯੂਪੀ ਦੇ ਰਹਿਣ ਵਾਲੇ, ਅਸੀਂ ਸਾਰੇ ਜਾਣਦੇ ਹਾਂ, ਅਸੀਂ ਦੇਸ਼ ਵਿਦੇਸ਼ ਦੇ ਵਿੱਚ ਆ ਕੇ ਬਸੇ ਹਾਂ। ਰਿਜ਼ਰਵੇਸ਼ਨ ਦਾ ਕਿਤੇ ਨਾ ਕਿਤੋਂ ਉਸ ਦੇ ਨਾਲ ਲਿੰਕ ਜ਼ਰੂਰ ਸੀਗਾ। ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਦੋਂ ਐਡਮਿਸ਼ਨ ਲੈਣ ਜਾਂਦੇ ਆ ਤਾਂ ਰਿਜ਼ਰਵੇਸ਼ਨ ਦੀ ਲਿਸਟ ਦੇਣੀ ਹੁੰਦੀ ਸੀ। ਕਈ ਰਿਜ਼ਰਵੇਸ਼ਨ ਦੇ ਵਿੱਚ ਸੀਟਾਂ ਇਹੋ ਜਿਹੀਆਂ ਹੁੰਦੀਆਂ ਸੀ ਫਿਲ ਨਹੀਂ ਸੀ ਹੁੰਦੀਆਂ। ਸੇਮ ਗੱਲ ਸਰਕਾਰੀ ਨੌਕਰੀਆਂ ਦੀਆਂ। ਸਰਕਾਰੀ ਨੌਕਰੀਆਂ ਦੇ ਵਿੱਚ ਹਜੇ ਤੱਕ ਕਈ ਨੌਕਰੀਆਂ ਉਹਨਾਂ ਦੀਆਂ ਫਿਲ ਵੀ ਨਹੀਂ ਹੋਈਆਂ। ਉਸ ਗੱਲ ਨੂੰ ਲੈ ਕੇ ਜੇ ਹਾਰਦਿਕ ਪਟੇਲ ਨੇ ਸੱਚੀ ਦੁੱਖ ਦੀ ਰਗ ਤੇ ਹੱਥ ਲਾਇਆ ਕਿ ਉਸ ਨੂੰ ਪੋਲੀਟੀਕਲ ਏਜੰਡੇ ਦੇ ਨਾਲ ਜੋੜਨਾ ਠੀਕ ਹੈ ਜਾਂ ਨਹੀਂ? ਹਰਪ੍ਰੀਤ ਜੀ। ਦਵਿੰਦਰ ਜੀ, ਜੇ ਹਾਰਦਿਕ ਪਟੇਲ ਨੇ ਮੁੱਦਾ ਚੱਕਿਆ ਵਾ ਹਨਾ, ਬਹੁਤ ਵਧੀਆ ਗੱਲ ਆ, ਪਰ ਜਿੱਦਾਂ ਇਹ ਮੁੱਦਾ, ਜਿੱਦਾਂ ਇੱਕ ਛੋਟੀ ਜੀ 22 ਸਾਲ ਦਾ ਨੌਜਵਾਨ 10 ਲੱਖ ਬੰਦਿਆਂ ਨੂੰ ਇਕੱਠਾ ਕਰਨਾ, ਕੁਐਸਚਨ ਇੱਥੇ ਉੱਠਦਾ ਵਾ। ਤੁਸੀਂ ਕਹਿ ਰਹੇ ਸੀ ਕਿ ਮੋਦੀ ਜੀ ਨੂੰ ਕੀ ਫਾਇਦਾ? ਦੇਖੋ ਹੁਣ ਆਪੇ ਹੀ ਜਿੱਦਾਂ ਆਪਾਂ ਇਹ ਮੰਨਦੇ ਆ ਕਿ ਮੋਦੀ ਜੀ ਦੀ ਕਿਤੇ ਨਾ ਕਿਤੇ ਗੁਜਰਾਤ ਵਿੱਚ ਪਕੜ ਘਟੀ ਆ ਜਾਂ ਉਹਨਾਂ ਦਾ ਥੋੜਾ ਜਿਹਾ ਕੱਦ ਨੀਵਾਂ ਹੋਇਆ ਵਾ। ਹੁਣ ਇਹਦੇ ਨਾਲ ਜੋ ਕੱਲ ਬੀਜੇਪੀ ਕੀ ਕਹਿੰਦੇ ਇਹਨਾਂ ਨੂੰ ਆਪਣੇ ਪਟੇਲਸ ਨੂੰ ਥੋੜੀ ਜਿਹੀ ਰਿਜ਼ਰਵੇਸ਼ਨ ਦੇ ਦਿੰਦੀ ਆ ਤੇ ਉਹੀ ਮੋਦੀ ਜੀ ਦਾ ਕੱਦ ਉੱਚਾ ਹੋ ਜਾਣਾ, ਉਹ ਮੋਦੀ ਜੀ ਦੀ ਬੱਲੇ ਬੱਲੇ ਹੋਣੀ ਆ। ਜਦੋਂ ਗੱਲ ਪੰਜਾਬ ਇਲੈਕਸ਼ਨ ਦੀ ਕੀਤੀ ਜਾਊਗੀ, 2017 ਦੇ ਵਿੱਚ ਪੰਜਾਬ ਦੇ ਇਲੈਕਸ਼ਨ ਵਿੱਚ ਆਉਣੇ ਨੇ, ਜੇ ਗੱਲ 2017 ਦੇ ਵਿੱਚ ਜੇ ਗੁਜਰਾਤ ਦੇ ਵਿੱਚ ਇਹ ਸਕਸੈਸਫੁਲ ਹੋ ਜਾਂਦੀ ਆ, ਕਿ ਪੰਜਾਬ ਦੇ ਵਿੱਚ ਵੀ ਇਹ ਮੁੱਦਾ ਬਣ ਸਕਦਾ ਕਿ ਜੱਟ ਸਿੱਖ ਜਿਹੜੇ ਕਿ ਮੋਸਟਲੀ ਫਾਰਮਿੰਗ ਕਲਾਸ ਨੂੰ ਬਿਲੋਂਗ ਕਰਦੇ ਨੇ, ਉਹਨਾਂ ਲਈ ਵੀ ਰਿਜ਼ਰਵੇਸ਼ਨ ਦੀ ਮੰਗ ਉੱਠ ਸਕਦੀ ਆ? ਪਰਮਿੰਦਰ ਸਿੰਘ ਜੀ। ਬਿਲਕੁਲ ਦਵਿੰਦਰ ਜੀ, ਮੈਂ ਇਹ ਮੰਗ ਜਿਹੜੀ ਆ ਉੱਠਣੀ ਜਾਇਜ਼ ਹੈਗੀ ਆ ਔਰ ਉੱਠ ਸਕਦੀ ਵੀ ਆ। ਔਰ ਮੈਂ ਇੱਥੇ ਇਹ ਵੀ ਇੱਕ ਚੀਜ਼ ਜਿਹੜੀ ਮੈਂ ਜ਼ਰੂਰ ਇਹ ਕਹਿਣੀ ਚਾਹੁੰਦਾ ਕਿ ਕੋਈ ਵੀ ਪੋਲੀਟੀਕਲ ਪਾਰਟੀ ਆ, ਉਹ ਨਹੀਂ ਚਾਹੁੰਦੀ ਕਿ ਇਹ ਰਿਜ਼ਰਵੇਸ਼ਨ ਖਤਮ ਹੋਵੇ। ਉਹ ਨਹੀਂ ਚਾਹੁੰਦੀ ਕਿ ਸਾਡੇ ਕੋਲ ਇਹ ਬਹੁਤ ਵੱਡਾ ਜਿਹੜਾ ਟੂਲ ਆ ਉਹ ਨਿਕਲ ਜਾਵੇ। ਜਿਹੜੀ ਕਿ ਰਿਜ਼ਰਵੇਸ਼ਨ ਜੇ ਅਸੀਂ ਟੈਕਨੀਕਲੀ ਦੇਖਿਆ ਜਾਵੇ, ਜੇ ਰਿਜ਼ਰਵੇਸ਼ਨ ਅਸੀਂ ਲਾਗੂ ਕਰਨੀ ਆ ਤਾਂ ਉਹਨਾਂ ਦੀ ਇਕਨੋਮਿਕ, ਜੇ ਉਹਨਾਂ ਦੀ ਜਿਹੜੀ ਘਰਾਂ ਦੀ ਆਰਥਿਕ ਸਥਿਤੀ ਆ ਉਹਦੇ ਉੱਤੇ ਦੇਖ ਕੇ, ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਦੇਖ ਕੇ ਰਿਜ਼ਰਵੇਸ਼ਨ ਦਿੱਤੀ ਜਾਣੀ ਚਾਹੀਦੀ ਆ, ਨਾ ਕਿ ਉਹਨਾਂ ਦੀ ਜਿਹੜੀ ਜਾਤ ਜਾਂ ਬਰਾਦਰੀ ਨੂੰ ਦੇਖ ਕੇ। ਸੋ ਇਦਾਂ ਤਾਂ ਹਰ ਜਾਤ ਬਰਾਦਰੀ ਦੇ ਵਿੱਚ ਇੱਥੇ ਵੀ ਰੌਲਾ ਪਰਵਿੰਦਰ ਜੀ, ਇੰਡੀਆ ਤੇ ਕਈ ਜਣੇ ਟੈਕਸ ਹੀ ਨਹੀਂ ਭਰਦੇ, ਉਹ ਸਾਰੇ ਲੋ ਇਨਕਮ। ਬਿਲਕੁਲ ਹੁਣ ਪ੍ਰੋਬਲਮ ਦੇ ਨਾਲ ਪ੍ਰੋਬਲਮ ਜੁੜੀਆਂ ਹੋਈਆਂ ਆ। ਗੱਲ ਕਰ ਰਹੇ ਜੋ, ਪਰ ਇੱਥੇ ਵੀ ਰੌਲਾ ਕੋਈ ਜਿਹੜਾ ਵੀ ਟੈਕਸ ਨਹੀਂ ਭਰਦਾ ਸਾਰੇ ਲੋ ਇਨਕਮ ਚਾਹਣਗੇ। ਗੱਲ ਟੈਕਨੀਕਲੀ ਵੈਸੇ ਹੋਣਾ ਤੇ ਇਹ ਚਾਹੀਦਾ ਹੈਗਾ। ਮੈਂ ਪੁਆਇੰਟ ਇਹ ਰੱਖ ਰਿਹਾ, ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਸਾਰੇ ਜਿੰਨੇ ਇਕਨੋਮਿਕ ਤੌਰ ਤੇ ਵੀਕ ਹੈਗੇ ਅਸੀਂ ਸਾਰਿਆਂ ਨੂੰ ਰਿਜ਼ਰਵੇਸ਼ਨ ਦੇ ਦਈਏ।
ਉਹਦੇ ਲਈ ਇੱਕ ਪ੍ਰੋਪਰ ਕ੍ਰਾਈਟੇਰੀਆ ਜਿਹੜਾ ਉਹ ਬਣਾਇਆ ਜਾਣਾ ਚਾਹੀਦਾ। ਇੱਥੇ ਹਰ ਪਾਰਟੀ ਜਿਹੜੀ ਆ ਉਹ ਹਰ ਵਾਰੀ, ਇਹ ਪਹਿਲੀ ਵਾਰੀ ਨਹੀਂ ਹੋ ਰਿਹਾ ਕਿ ਇਹ ਪਹਿਲੀ ਵਾਰੀ ਹੋਇਆ ਕਿ ਜਾਤ ਪਾਤ ਦੇ ਉੱਤੇ ਰਿਜ਼ਰਵੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਜਾਂ ਜਾਤ ਪਾਤ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ, ਜਾਤ ਪਾਤ ਦੇ ਨਾਂ ਦੇ ਉੱਤੇ ਪੋਲਿਟਿਕਸ ਕੀਤੀ ਜਾ ਰਹੀ ਹੈ। ਇਹ ਹਮੇਸ਼ਾ ਤੋਂ ਹੁੰਦਾ ਆਇਆ ਤੇ ਹੁੰਦਾ ਰਹੇਗਾ ਜਿੰਨੀ ਦੇਰ ਤੱਕ ਇਹ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਪਰਮਿੰਦਰ ਸਿੰਘ ਜੀ ਜਿਹੜੀ ਚੇਂਜ ਆਈ ਆ, ਉਹ ਚੇਂਜ ਜੇ ਆਪਾਂ ਪਿਛਲੇ ਕੁਝ ਸਾਲਾਂ ਤੇ ਨਜ਼ਰ ਮਾਰੀਏ ਕਿ ਇਹੀ ਅਨੁਸੂਚਿਤ ਜਾਤੀ ਵਾਲੇ ਲੋਕ ਜਾਂ ਅਨੁਸੂਚਿਤ ਕਬੀਲਿਆਂ ਵਾਲੇ ਲੋਕ ਜਾਂ ਪਿਛੜੇ ਵਰਗਿਆਂ ਵਾਲੇ ਲੋਕ ਹਮੇਸ਼ਾ ਹੀ ਪ੍ਰਦਰਸ਼ਨ ਕਰਦੇ ਹੁੰਦੇ ਸੀ, ਸੜਕਾਂ ਤੇ ਜਾ ਕੇ ਆਪਣੀ ਰਿਜ਼ਰਵੇਸ਼ਨ ਦੀ ਮੰਗ ਕਰਦੇ ਹੁੰਦੇ ਸੀ। ਪਰ ਜਿਹੜੀ ਪਿਛਲੇ ਕੁਝ ਸਾਲਾਂ ਦੇ ਵਿੱਚ ਚੇਂਜ ਆਈ ਆ ਕਿ ਹੁਣ ਅਨੁਸੂਚਿਤ ਜਾਤੀਆਂ ਵਾਲੇ ਪ੍ਰਦਰਸ਼ਨ ਨਹੀਂ ਕਰਦੇ, ਉੱਚੀ ਬਰਾਦਰੀਆਂ ਵਾਲਿਆਂ ਨੂੰ ਪ੍ਰਦਰਸ਼ਨ ਕਰਨ ਦੀ ਕੀ ਲੋੜ ਪੈ ਰਹੀ ਆ? ਬਿਲਕੁਲ, ਹੁਣ ਉਹੀ ਇੱਕ ਦਵਿੰਦਰ ਜੀ ਪੁਆਇੰਟ ਹੀ ਹੁਣ ਇਹ ਆ ਕਿ ਇਨਸਟੇਬਿਲਿਟੀ ਇੱਕ ਆ ਚੁੱਕੀ ਆ। ਹੁਣ ਜਿਹਨਾਂ ਨੂੰ ਜਿਹੜੇ ਅਸੀਂ ਕਹਿ ਰਹੇ ਸੀਗੇ ਕਿ ਇਹ ਜੇ ਡਾਕਟਰ BR ਅੰਬੇਦਕਰ ਨੇ ਕੁਝ ਸੋਚ ਕੇ ਹੀ ਉਹ 10 ਸਾਲ ਲਈ ਲਿਮਿਟ ਕੀਤੀ ਹੋਊਗੀ, ਚਲੋ 10 ਨਹੀਂ ਅਸੀਂ ਉਹ ਐਕਸਟੈਂਡ ਕਰਕੇ 20 ਸਾਲ ਕਰ ਦਿੰਦੇ, ਪਰ ਹੁਣ ਉਹ ਜਿਹੜਾ ਬੈਲੈਂਸ ਹੈਗਾ ਆ ਉਹ ਬੈਲੈਂਸ ਵਿਗੜ ਚੁੱਕਿਆ ਆ। ਹੁਣ ਬੈਲੈਂਸ ਜਿਹੜਾ ਹੈਗਾ ਉਹ ਉਸ ਨੂੰ ਵਾਪਸ ਲਿਆਉਣ ਦੇ ਲਈ ਹੁਣ ਜਿਹੜੇ ਮੇਜਰ ਕਹਿ ਸਕਦੇ ਆ ਜਾਂ ਜਨਰਲ ਕੈਟਾਗਰੀ ਦੇ ਸਮੁਦਾਇ ਹੈਗਾ ਆ ਉਹਨਾਂ ਨੂੰ ਰਿਜ਼ਰਵੇਸ਼ਨ ਦੀ ਲੋੜ ਪੈ ਗਈ ਆ। ਅੱਜ ਦੀ ਡੇਟ ਦੇ ਵਿੱਚ ਹਾਲਾਤ ਜਿਹੜੇ ਆ ਉਹ ਟੋਟਲੀ ਵਿਗੜਦੇ ਪਏ ਹੈਗੇ ਆ। ਇਹ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਜੇ ਮੈਂ ਇਹ ਕਹਿ ਦੇਵਾਂ ਕਿ ਜੇ ਰਿਜ਼ਰਵੇਸ਼ਨ ਦੀ ਲੋੜ ਆ ਤਾਂ ਉਹ ਤੁਹਾਡੇ ਲਾਸਟ ਨੇਮ ਦੇ ਨਾਲ ਨਹੀਂ, ਆਰਥਿਕ ਪੱਧਰ ਤੇ ਹੋਣੀ ਚਾਹੀਦੀ ਆ। ਜੇ ਆਰਥਿਕ ਪੱਧਰ ਤੇ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਭੇਜਣ ਦੇ ਵਿੱਚ ਕੋਈ ਰਿਜ਼ਰਵੇਸ਼ਨ ਚਾਹੀਦੀ ਆ ਤੇ ਸਰਕਾਰਾਂ ਨੂੰ ਉਸ ਵੱਲ ਦੇਖਣਾ ਚਾਹੀਦਾ। ਜੇ ਆਰਥਿਕ ਪੱਧਰੋਂ ਤੁਹਾਡੇ ਇੱਕ ਪਛੜੇ ਉਸ ਵਰਗ ਨੂੰ ਆਰਥਿਕ ਪੱਧਰੋਂ ਨਾ ਕਿ ਸਮਾਜਿਕ ਜਾਂ ਜਾਤ ਪਾਤ ਦੇ ਪੱਧਰੋਂ ਜੇ ਲੋੜ ਆ ਸਰਕਾਰੀ ਨੌਕਰੀਆਂ ਦੀ ਤਾਂ ਉਹਨਾਂ ਦੇ ਬੱਚਿਆਂ ਨੂੰ ਇੱਕ ਰਿਜ਼ਰਵੇਸ਼ਨ ਦੀ ਜ਼ਰੂਰਤ ਆ। ਪਰ ਉਹਨਾਂ ਤੇ ਕੈਪ ਲਾਉਣਾ ਚਾਹੀਦਾ ਕਿ ਜੇ ਕਿਸੇ ਵਰਗ ਨੂੰ ਉੱਚਾ ਉਠਾਉਣਾ ਚਾਹੁੰਦੇ ਹੋ, ਸਮਾਂ ਤੈਅ ਕਰਨਾ ਚਾਹੀਦਾ। ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ, ਨਾਲ ਹੀ ਉਸ ਵਰਗ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਤੁਹਾਡੇ ਕੋਲੇ 10 ਸਾਲ ਨੇ, 10 ਸਾਲ ਦੇ ਵਿੱਚ ਆਪਣੀ ਆਉਣ ਵਾਲੀ ਪਨੀਰੀ ਨੂੰ ਅੱਗੇ ਲੈ ਆਓ। ਇਹ ਇੱਕ ਓਪਨ ਕੈਪ ਨਹੀਂ ਛੱਡ ਸਕਦੇ, ਕਿਉਂਕਿ ਜੇ ਪਛੜੀਆਂ ਜਾਤੀਆਂ ਦੀ ਗੱਲ ਕੀਤੀ ਜਾਵੇ ਤਾਂ ਯੂਟੀਲਾਈਜ਼ ਤਾਂ ਪੂਰਾ ਉਹਨਾਂ ਨੇ ਵੀ ਨਹੀਂ ਕੀਤਾ। 47 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ, ਇਹਦੇ ਸਾਲ ਮੇਰਾ ਖਿਆਲ 68 ਸਾਲ ਅਸੀਂ ਹੋ ਚੁੱਕੇ ਨੇ। ਜੇ ਹਜੇ ਨਹੀਂ ਉੱਪੇ ਤਾਂ ਸਾਨੂੰ ਇਸ ਗੱਲ ਤੇ ਲੋੜ ਵਿਚਾਰ ਕਰਨ ਦੀ ਲੋੜ ਆ ਕਿ ਜੇ ਰਿਜ਼ਰਵੇਸ਼ਨ ਦੀ ਲੋੜ ਆ ਤਾਂ ਉਸ ਨੂੰ ਜਾਤ ਪਾਤ ਦੇ ਆਧਾਰ ਤੇ ਨਾ ਹੋ ਸਕੇ, ਆਰਥਿਕ ਪੱਧਰ ਤੇ ਕੀਤਾ ਜਾਣਾ। ਕਿਉਂਕਿ ਜੇ ਕੋਈ ਪਟੇਲ ਆ ਉਹ ਅਮੀਰ ਵੀ ਹੋ ਸਕਦਾ, ਗਰੀਬ ਵੀ ਹੋ ਸਕਦਾ। ਜੇ ਕੋਈ ਜੱਟ ਸਿੱਖ ਆ ਉਹ ਅਮੀਰ ਵੀ ਹੋ ਸਕਦਾ, ਗਰੀਬ ਵੀ ਹੋ ਸਕਦਾ। ਜੇ ਕੋਈ ਸ਼ਡਿਊਲ ਟ੍ਰਾਈਬ ਜਾਂ ਸ਼ਡਿਊਲ ਕਾਸਟ ਨੂੰ ਬਿਲੋਂਗ ਕਰਦਾ ਤਾਂ ਉਹ ਅਮੀਰ ਵੀ ਹੋ ਸਕਦਾ, ਗਰੀਬ ਵੀ ਹੋ ਸਕਦਾ। ਜਿਹੜੇ ਸ਼ਡਿਊਲ ਕਾਸਟ ਦੇ ਵਿੱਚ ਜਿਨ੍ਹਾਂ ਨੇ 1947 ਚ ਰਿਜ਼ਰਵੇਸ਼ਨ ਲਈ ਸੀ, ਕਈ ਲੋਕ IAS ਆਫੀਸਰ ਬਣੇ, ਉਹਨਾਂ ਦੀਆਂ ਆਉਣ ਵਾਲੀਆਂ ਪਨੀਰੀਆਂ ਤੱਕ IAS ਆਫੀਸਰ ਬਣਦੀਆਂ ਰਹੀਆਂ ਨੇ। ਕੀ ਉਹ ਆਰਥਿਕ ਪੱਧਰ ਤੇ ਵਿਗੜੇ ਹੋਏ ਨੇ? ਨੋ, ਦੇ ਡੋਂਟ ਨੀਡ ਰਿਜ਼ਰਵੇਸ਼ਨ। ਜੇ ਜਾਤ ਪਾਤ ਦੇ ਆਧਾਰ ਤੇ ਵਿੱਚ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਹੋਏ ਨੇ, ਡੈਫੀਨੇਟਲੀ ਰਿਜ਼ਰਵੇਸ਼ਨ ਬਣਦੀ ਆ। ਦੂਜੇ ਪਾਸੇ ਸੇਮ ਅਪਲਾਈਜ਼ ਟੂ ਜੱਟ ਸਿੱਖ ਜਿਨ੍ਹਾਂ ਨੂੰ ਪਹਿਲਾਂ ਏਡੀ ਫਾਰਮਿੰਗ ਦੇ ਲਈ ਲੈਂਡ ਹੁੰਦੀ ਸੀ, ਅੱਜ ਲੈਂਡ ਨਹੀਂ ਬਚੀ, ਆਰਥਿਕ ਪੱਧਰ ਤੋਂ ਇੰਨੇ ਕੁ ਪਛੜ ਗਏ ਨੇ, ਉਹਨਾਂ ਲਈ OBC ਜਾਂ ਸ਼ਡਿਊਲ ਕਾਸਟ ਜਿਹੜੀ ਉਹ ਰਿਜ਼ਰਵੇਸ਼ਨ ਜਦੋਂ ਆ ਕੇ ਉਹਨਾਂ ਨੂੰ ਥੱਲੇ ਕਰਦੀ ਆ ਤਾਂ ਮੇਰਾ ਖਿਆਲ ਆ ਸਰਕਾਰਾਂ ਨੂੰ, ਆਉਣ ਵਾਲੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਯੂਨੈਨਿਮਸ ਸਪੋਰਟ ਕਰਨੀ ਪਊਗੀ। ਇਹ ਨਹੀਂ ਕਿ ਬਿਹਾਰ ਦੇ ਵਿੱਚ ਇਲੈਕਸ਼ਨ ਹੋਏ ਨੇ ਤੇ ਮੋਦੀ ਸਾਹਿਬ ਆਪਣੀ ਲਹਿਰ ਬਣਾਉਣ ਦੇ ਲਈ, ਜੇ ਹਰਪ੍ਰੀਤ ਜੀ ਕਹਿੰਦੇ ਨੇ ਕਿ ਗੁਜਰਾਤ ਦੇ ਵਿੱਚ ਜਿਹੜੇ ਦੰਗੇ ਹੋਏ ਨੇ ਮੋਦੀ ਸਾਹਿਬ ਜ਼ਿੰਮੇਵਾਰ ਨੇ, ਕਿਉਂਕਿ RSS ਜਾਂ BJP ਕਿਸੇ ਨਾ ਕਿਸੇ ਤਰੀਕੇ ਨਾਲ ਹਾਰਦਿਕ ਪਟੇਲ ਨੂੰ ਹੱਲਾਸ਼ੇਰੀ ਦੇ ਰਹੀ ਆ। ਜਾਂ ਦੂਜੇ ਪਾਸੇ ਜੇ ਕੋਈ ਵੀ ਗੱਲ ਹੋਵੇ ਤੁਸੀਂ ਉਸ ਨੂੰ ਵੋਟ ਬੈਂਕ ਦੇ ਨਾਲ ਨਹੀਂ ਮੈਜ਼ਰ ਕਰ ਸਕਦੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਇਹੀ ਰੱਖਦੇ ਆ ਕਿ ਜਿਹੜੇ ਇਹ ਪ੍ਰਦਰਸ਼ਨ ਹੋਣਗੇ, ਇਹ ਪ੍ਰਦਰਸ਼ਨ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦੇ ਵਿੱਚ ਨਾ ਵਰਤੇ ਜਾਣ, ਕਿਉਂਕਿ ਉਸ ਦੇ ਨਾਲ ਜਾਨ ਮਾਲ ਤੇ ਸਾਰੀ ਨੁਕਸਾਨ ਹੁੰਦਾ। ਉਹ ਜਾਨ ਮਾਲ ਪ੍ਰਾਈਵੇਟ ਵੀ ਹੋ ਸਕਦਾ, ਪਬਲਿਕ ਵੀ ਹੋ ਸਕਦਾ। ਭੁਗਤਦਾ ਕੌਣ ਆ? ਭੁਗਤਦਾ ਤਾਂ ਉਹੀ ਹਿੰਦੁਸਤਾਨੀ ਆ ਜਿਸ ਨੂੰ ਕਦੇ ਕਦੇ ਇਹ ਰਿਜ਼ਰਵੇਸ਼ਨ ਦਾ ਫਾਇਦਾ ਵੀ ਨਹੀਂ ਹੁੰਦਾ ਤੇ ਨੁਕਸਾਨ ਵੀ ਨਹੀਂ ਹੁੰਦਾ। ਹਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ? ਠੀਕ ਜੀ ਦਵਿੰਦਰ ਜੀ, ਆਈ ਥਿੰਕ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ। ਜੇ ਕਿ ਇਹਨੂੰ ਤੁਸੀਂ ਰਿਜ਼ਰਵੇਸ਼ਨ ਦੇਣੀ ਆ ਉੱਤੇ ਵੀ ਕੈਪ ਲਾਓ, ਪਰ ਹੁਣ ਪ੍ਰੋਬਲਮ ਇਹ ਹੈ ਜੇ ਹੁਣ ਕੈਪ ਲਾ ਵੀ ਦੇਵਾਂਗੇ, ਜੇ 10 ਸਾਲ ਦੀ ਕੈਪ ਲਾਈਏ ਉਦੋਂ ਜਿਹੜੇ ਪੋਲੀਟੀਸ਼ੀਅਨ ਆਉਣਗੇ ਉਹਨਾਂ ਨੇ ਆਪਣਾ ਵੋਟ ਬੈਂਕ ਵੇਖਣਾ ਵਾ। ਆਈ ਥਿੰਕ ਇਹਦੇ ਵਾਸਤੇ ਸਖਤ ਲਾਅ ਦੀ ਲੋੜ ਆ। ਪਹਿਲੀ ਗੱਲ ਤਾਂ ਹੁਣ ਕਰੰਟ ਰਿਜ਼ਰਵੇਸ਼ਨ ਇਹਨੂੰ ਖਤਮ ਕੀਤਾ ਜਾਵੇ ਤੇ ਰਿਜ਼ਰਵੇਸ਼ਨ ਜਿੱਦਾਂ ਕਿ ਪਰਮਿੰਦਰ ਜੀ ਨੇ ਆਖਿਆ ਕਿ ਇਨਕਮ ਉੱਤੇ ਡਿਪੈਂਡ ਹੋਵੇ, ਪਰ ਉਹ 'ਚ ਵੀ ਕੁਝ ਚੈੱਕਸ ਹੋਣ। ਇਹ ਨਹੀਂ ਕਿ ਜੇ ਤੁਸੀਂ 25 ਕਿੱਲਿਆਂ ਦੇ ਮਾਲਿਕ ਜੋ ਤੁਸੀਂ ਟੈਕਸ ਹੀ ਨਹੀਂ ਭਰਦੇ ਤਾਂ ਤੁਸੀਂ ਕੀ ਕਹਿੰਦੇ OBC 'ਚ ਵੜੇ ਹੋ। ਆਈ ਮੀਨ ਸਟ੍ਰਿਕਟ ਲਾਜ਼ ਦੀ ਲੋੜ ਆ ਤੇ ਪੋਲੀਟੀਸ਼ੀਅਨ ਨੂੰ, ਇੰਡੀਅਨ ਗਵਰਨਮੈਂਟ ਨੂੰ ਸਟ੍ਰਿਕਟਲੀ ਇਹ 'ਤੇ ਕੰਮ ਕਰਨ ਦੀ ਲੋੜ ਆ। ਜਿਨ੍ਹਾਂ ਲੋਕਾਂ ਨੂੰ ਇਹਦੀ ਲੋੜ ਹੈਗੀ ਆ ਉਹਨਾਂ ਨੂੰ ਦਿੱਤੀ ਜਾਵੇ। ਅਦਰਵਾਈਜ਼ ਤੇ ਰਿਜ਼ਰਵੇਸ਼ਨ, ਜਿੱਦਾਂ ਤੁਸੀਂ ਐਗਜ਼ਾਮਪਲ ਲਿਆ ਕਿ OBC ਦਾ ਕੋਈ ਉੱਠ ਕੇ ਜੱਜ ਬਣ ਜਾਂਦਾ ਵਾ,
ਉਹਦੇ ਬੱਚੇ ਵੀ ਅੱਗੇ ਜੱਜ, ਕਿਉਂਕਿ ਉਹ ਰਿਜ਼ਰਵੇਸ਼ਨ ਚੱਲੀ ਜਾਂਦੀ ਆ। ਆਈ ਮੀਨ ਦਿਸ ਇਜ਼ ਨਾਟ ਫੇਅਰ। ਤੇ ਜਿੱਥੇ ਕਿ ਹਾਰਦਿਕ ਪਟੇਲ ਜੀ ਵੀ ਜੋ ਐਜੀਟੇਸ਼ਨ ਕਰਨੇ ਆ, ਭਾਵੇਂ ਗੁੱਜਰ ਭਰਾ ਕਰਦੇ ਹੋਣ, ਭਾਵੇਂ ਮੀਨਾ ਬ੍ਰਦਰਸ ਕਰਦੇ ਹੋਣ, ਇਹ ਸਾਰੀ ਜਿਹੜੀ ਰਿਜ਼ਰਵੇਸ਼ਨ ਦਾ ਗਲਤ ਹੈ ਦਵਿੰਦਰ ਜੀ। ਇਹਨਾਂ ਨੂੰ ਗੱਲ ਕਰਨੀ ਚਾਹੀਦੀ ਸਾਰੇ ਇੰਡੀਆ ਦੀ, ਸਾਰੇ ਹਿੰਦੁਸਤਾਨ ਦੀ, ਸਾਰੇ ਜਿਹੜੇ ਕਿਸਾਨ ਗੁਜਰਾਤ 'ਚ ਆ, ਕਿਸਾਨ ਪੰਜਾਬ 'ਚ ਆ, ਕਿਸਾਨ ਹਰਿਆਣਾ 'ਚ ਵੀ ਆ। ਸ਼ੁਕਰ ਆ ਕਿ ਕੈਨੇਡਾ ਦੀ ਗਵਰਨਮੈਂਟ ਹਿੰਦੁਸਤਾਨ ਦੀ ਗਵਰਨਮੈਂਟ ਤੋਂ ਸਲਾਹ ਨਹੀਂ ਲੈਂਦੀ, ਨਹੀਂ ਤਾਂ ਇਮੀਗ੍ਰੇਸ਼ਨ ਦੇ ਵਿੱਚ ਵੀ ਕਈ ਕਲਾਸਿਸ ਦੇ ਵਿੱਚ ਰਿਜ਼ਰਵੇਸ਼ਨ ਮੇਰੇ ਹੋ ਖਿਆਲ ਜਾਣੀ ਨਹੀਂ ਸੀ। ਤੇ ਦਵਿੰਦਰ ਜਿਹੜੀ ਹੁਣ ਇਲੈਕਸ਼ਨ ਅਨਾਉਂਸਮੈਂਟ ਰਿਜ਼ਰਵੇਸ਼ਨ ਦੀ ਵੀ ਹੋਣੀ ਸੀ। ਜਦੋਂ ਮੈਂ ਪਰਮਿੰਦਰ ਸਿੰਘ ਜੀ ਕੋਲੇ ਜਾਣਾ ਚਾਹੂੰਗਾ। ਪਰਮਿੰਦਰ ਸਿੰਘ ਜੀ, ਸਵਾਲ ਮੇਰਾ ਸਿਰਫ ਇੰਨਾ ਹੀ ਆ ਕਿ ਇੰਨੇ ਸਾਲ ਹੋ ਚੁੱਕੇ ਨੇ, 68 ਸਾਲ ਹੋ ਚੁੱਕੇ ਨੇ, ਕੀ ਸਾਨੂੰ ਇਵੈਲੂਏਟ ਕਰਨਾ ਚਾਹੀਦਾ ਕਿ ਜਿਹੜਾ ਰਾਖਵਾਂਕਰਨ ਦਲਿਤ ਵਰਗਾਂ ਨੂੰ ਜਾਂ ਜਿਹੜੀ ਅਨੁਸੂਚਿਤ ਜਾਤੀਆਂ ਨੂੰ ਅੱਗੇ ਲਿਆਉਣ ਲਈ ਕੀਤਾ ਜਾਂਦਾ ਸੀ, ਉਹ ਸਕਸੈਸਫੁਲ ਹੋਇਆ ਜਾਂ ਨਹੀਂ, ਉਸ ਦੇ ਪਲੱਸ ਤੇ ਮਾਈਨਸਸ ਕੀ ਨੇ, ਉਹਨਾਂ ਨੂੰ ਦੇਖ ਕੇ ਹੀ ਇਸ ਰਾਖਵੇਂਕਰਨ ਦੀ ਪ੍ਰਤੀਕਿਰਿਆ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਬਿਲਕੁਲ ਦਵਿੰਦਰ ਜੀ, ਇੱਕ ਬਹੁਤ ਵੱਡੀ ਜ਼ਰੂਰਤ ਇਸ ਸਮੇਂ ਦੀ ਬਣ ਚੁੱਕਾ ਹੈ। ਇਹ ਸ਼ਾਇਦ ਅੱਜ ਨਹੀਂ, ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਇਹ ਜ਼ਰੂਰਤ ਮਹਿਸੂਸ ਹੁੰਦੀ ਪਈ ਆ, ਪਰ ਕੋਈ ਵੀ ਪੋਲੀਟੀਕਲ ਪਾਰਟੀ ਆਪਣਾ ਵੋਟ ਬੈਂਕ ਦੇਖ ਕੇ ਇਹਦੇ ਉੱਤੇ ਕੋਈ ਕੰਮ ਨਹੀਂ ਕਰਨਾ ਚਾਹੁੰਦੀ। ਮੇਰੇ ਹਿਸਾਬ ਨਾਲ ਅਗਰ ਕੋਈ ਅੱਜ ਦੀ ਡੇਟ ਦੇ ਵਿੱਚ ਇਹ ਕਰਦਾ ਵੀ ਆ ਤੇ ਉਹ ਕਿਤੇ ਨਾ ਕਿਤੇ ਉਹਦੇ ਲਈ ਪੋਲੀਟੀਕਲ ਸੁਸਾਈਡ ਹੋਊਗਾ, ਕਿ ਉਹਦਾ ਪੋਲੀਟੀਕਲ ਕੈਰੀਅਰ ਜਿਹੜਾ ਉਹ ਦਾਅ ਤੇ ਲੱਗ ਜਾਊਗਾ। ਬਿਲਕੁਲ ਅਸੀਂ ਇਹ ਗੱਲ, ਇੱਕ ਚੀਜ਼ ਅਸੀਂ ਨੋਟ ਕਰ ਸਕਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਬਹੁਤਾ ਜਿਹੜਾ ਤਬਕਾ ਹੈਗਾ ਉਹ ਬਿਲੋ ਪੋਵਰਟੀ ਲਾਈਨ ਵੀ ਹੈਗਾ ਆ। ਅਗਰ ਅਸੀਂ ਉਹਨਾਂ ਨੂੰ ਉੱਪਰ ਚੱਕਣਾ ਚਾਹੁੰਦੇ ਆ, ਅਗਰ ਅਸੀਂ ਵਾਕਿਆ ਹੀ ਆਪਣੇ ਜਿਹੜੇ ਗਰੀਬ ਪਰਿਵਾਰ ਹੈਗੇ ਆ ਜਾਂ ਬਹੁਤ ਲੋ ਇਨਕਮ ਫੈਮਲੀਜ਼ ਹੈਗੀਆਂ, ਅਗਰ ਅਸੀਂ ਉਹਨਾਂ ਨੂੰ ਉੱਪਰ ਚੱਕਣਾ ਚਾਹੁੰਦੇ ਆ ਤਾਂ ਸਾਨੂੰ ਇਹ ਜਿਹੜੀ ਇੱਕ ਸਰਵੇ ਹੈਗਾ ਆ ਉਹ ਕਰਵਾ ਕੇ ਤੇ ਪ੍ਰੋਪਰ ਤਰੀਕੇ ਦੇ ਨਾਲ ਇਹਦੇ ਜਿਹੜੇ ਰਿਜ਼ਲਟਸ ਹੈਗੇ ਉਹ ਪ੍ਰੈਜ਼ੈਂਟ ਕਰਨੇ ਚਾਹੀਦੇ, ਤੇ ਉਹਦੇ ਬੇਸ ਦੇ ਉੱਤੇ ਇੱਕ ਜਿਹੜਾ ਰਿਜ਼ਰਵੇਸ਼ਨ ਸਿਸਟਮ ਆ ਉਹਦੇ ਵਿੱਚ ਚੇਂਜਸ ਲਿਆਂਦੇ ਜਾਣੇ ਚਾਹੀਦੇ ਆ। ਜਦੋਂ 1947 ਦੀ ਗੱਲ ਕੀਤੀ ਜਾਵੇ, ਜੇ ਉਸ ਵੇਲੇ ਇੱਕ ਪਾਰਟਿਕੂਲਰ ਸਮਾਜ ਜਾਂ ਜਾਤ ਪਾਤ ਦੇ ਵਿੱਚ ਕਿਸੇ ਨੂੰ ਗਰੀਬੀ ਰੇਖਾ ਤੋਂ ਥੱਲੇ ਦੇਖਿਆ ਜਾ ਸਕਦਾ ਸੀ, ਪਰ ਅੱਜ ਗੱਲ ਯੂਨੈਨਿਮਸ ਨਹੀਂ ਹੈਗੀ। ਕਈ ਲੋਕ ਪਿਛੜੇ ਵਰਗ ਨਾਲ ਸੰਬੰਧਿਤ ਜ਼ਰੂਰ ਹੋ ਸਕਦੇ ਨੇ, ਪਰ ਗਰੀਬੀ ਰੇਖਾ ਤੋਂ ਕਾਫੀ ਉੱਪਰ ਚਲੇ ਗਏ ਨੇ। ਪਰ ਦੂਜੇ ਪਾਸੇ ਉਸ ਵੇਲੇ ਲੋਕ ਉੱਚੀ ਜਾਤੀ ਦੇ ਜ਼ਰੂਰ ਸੀ, ਪਰ ਉੱਚੀ ਜਾਤੀ ਦੇ ਨਾਲ ਨਾਲ ਹੋਣ ਕਰਕੇ ਗਰੀਬੀ ਰੇਖਾ ਤੋਂ ਥੱਲੇ ਚਲੇ ਗਏ ਨੇ। ਜੇ ਗਰੀਬੀ ਰੇਖਾ ਹੀ ਉਸ ਵੇਲੇ ਨਜ਼ਰ ਦੇ ਵਿੱਚ ਰੱਖੀ ਗਈ ਸੀ ਰਾਖਵਾਂਕਰਨ ਦੇ ਵਿੱਚ, ਹੁਣ ਉਹ ਗਰੀਬੀ ਰੇਖਾ ਨੂੰ ਇੱਕ ਵਾਰੀ ਮੁੜ ਤੋਂ ਵਿਚਾਰਨ ਦੀ ਲੋੜ ਆ। ਜਾਤ ਪਾਤ ਦੇ ਭੇਦ ਨੂੰ ਛੱਡ ਕੇ ਉਹਨਾਂ ਦੀ ਆਰਥਿਕ ਤੰਗੀ ਜਾਂ ਆਰਥਿਕ ਹਾਲਤ ਨੂੰ ਦੇਖਿਆ ਜਾਵੇ। ਹਰਨੇਹਾ ਜੀ, ਮੈਨੂੰ ਲੱਗਦਾ ਹੈ ਦਵਿੰਦਰ ਜੀ ਕਿ ਮੇਰੇ ਹਿਸਾਬ ਨਾਲ ਕਿ ਇਹ ਜਿਹੜਾ ਰਿਜ਼ਰਵੇਸ਼ਨ ਸਿਸਟਮ ਹੈ ਉਹ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਰਕਮਸਟੈਂਸਸ ਨਾਲ ਰਿਜ਼ਰਵੇਸ਼ਨ ਸਿਸਟਮ ਬਣਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਬਾਕੀ ਜਾਤੀਆਂ ਲਈ ਜਿਹੜੇ ਕਿ ਜਨਰਲ ਕੈਟਾਗਰੀ ਵਾਲੇ ਹਨ ਉਹਨਾਂ ਲਈ ਬਹੁਤ ਹੀ ਜ਼ਿਆਦਾ ਗਲਤ ਸਾਬਿਤ ਹੁੰਦਾ ਹੈ, ਕਿਉਂਕਿ ਹੁਣ ਦੌਰ ਉਹ ਨਹੀਂ ਰਿਹਾ। ਹੁਣ ਕੰਪੀਟੀਸ਼ਨ ਹੋਰ ਵੀ ਜ਼ਿਆਦਾ ਵੱਧਦਾ ਜਾ ਰਿਹਾ ਹੈ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਲੋਕੀ ਕਿਸੇ ਮਨਸੂਬੇ ਨੂੰ ਚੱਕ ਕੇ ਆਪਣੀ ਜਾਤ ਪਾਤ ਦੀ ਉਹ ਜਿਹੜੀ ਹੈ ਕੈਟਾਗਰਾਈਜੇਸ਼ਨ ਤੇ ਡਿਸਕ੍ਰਿਮੀਨੇਸ਼ਨ ਦਾ ਫਾਇਦਾ ਉਠਾ ਸਕਦੇ ਹਨ। ਹਾਰਦਿਕ ਪਟੇਲ ਦੇ ਮੈਂ ਪੂਰੀ ਖਿਲਾਫ ਆ ਇੱਥੇ। ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਜਾਂ ਤਾਂ ਕੋਈ ਪੋਲੀਟੀਕਲ ਮੋਟਿਵ ਹੈ ਜਾਂ ਕੋਈ ਸੈਲਫ ਮੋਟਿਵ ਹੈ, ਜਾਂ ਫਿਰ ਉਹ ਇਨਕੇਪੇਬਲ ਹੈ ਤੇ ਉਹ ਪੋਲਿਟਿਕਸ 'ਚ ਵੜ ਕੇ, ਕਿਉਂਕਿ ਕਾਫੀ ਸਾਡੇ ਜਿਹੜੇ ਆਮ ਸੌਰੀ ਟੂ ਸੇ ਸਾਡੇ ਕਾਫੀ ਜਿਹੜੇ ਪੋਲੀਟੀਕਲ ਲੀਡਰਸ ਹਨ ਉਹ ਇੰਨੇ ਐਜੂਕੇਟਿਡ ਨਹੀਂ ਹਨ, ਤੇ ਸ਼ਾਇਦ ਉਹ ਉਹੀ ਜ਼ਰੀਆ ਹੱਥ 'ਚ ਬੰਦੂਕ ਫੜ ਕੇ ਤੇ ਇਹੋ ਜਿਹੀਆਂ ਮੋਰਚੇ ਕਰਕੇ ਸ਼ਾਇਦ ਉਹੀ ਚੀਜ਼ ਅਚੀਵ ਕਰਨ ਜਾ ਰਿਹਾ ਹੈ, ਉਹੀ ਰਸਤੇ ਤੇ ਚੱਲ ਰਿਹਾ ਹੈ। ਜਦੋਂ ਗੱਲ ਰਾਜਨੀਤੀ ਦੀ ਕੀਤੀ ਜਾਊਗੀ ਤਾਂ ਰਾਜਨੀਤਿਕ ਧਰਮ ਦੇ ਨਾਂ ਤੇ, ਜਾਤ ਪਾਤ ਦੇ ਨਾਂ ਤੇ, ਇਕਨੋਮਿਕ ਕੰਡੀਸ਼ਨ ਦੇ ਨਾਲ ਪੋਲਿਟਿਕਸ ਕਰਦੇ ਨੇ, ਰਾਜਨੀਤੀ ਕਰਦੇ ਰਹੇ ਨੇ, ਕਰਦੇ ਰਹਿਣਗੇ। ਪਰ ਜਦੋਂ ਗੱਲਬਾਤ ਆਉਂਦੀ ਆ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਦੇ ਲਈ ਇਹ ਨਾਰਾ ਲਾਇਆ ਜਾਂਦਾ ਕਿ ਜਾਤ ਭੇਦ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ, ਪਰ ਜਦੋਂ ਗੱਫੇ ਵੰਡਣ ਦੀ ਗੱਲ ਹੁੰਦੀ ਆ, ਰਿਜ਼ਰਵੇਸ਼ਨ ਦੀ ਗੱਲ ਹੁੰਦੀ ਆ, ਇਹੀ ਪੋਲੀਟੀਸ਼ੀਅਨਸ ਕਿਸੇ ਲੋਕਾਂ ਨੂੰ ਜਦੋਂ ਜਾਤ ਪਾਤ ਦੇ ਨਾਂ ਤੇ ਕੁਝ ਸਬਸਿਡੀ ਜਾਂ ਕੁਝ ਰਾਖਵਾਂਕਰਨ ਦੇਣਾ ਚਾਹੁੰਦੇ ਨੇ, ਤਾਂ ਮੈਨੂੰ ਲੱਗਦਾ ਜਿਹੜਾ ਸੁਪਰੀਮ ਕੋਰਟ ਦਾ ਉਹੀ ਡਿਸੀਜਨ ਸੀ ਕਿ ਤੁਸੀਂ ਜਿਹੜੇ ਨੀਚੀ ਜਾਤੀ ਵਾਲਿਆਂ ਨੂੰ ਉਸ ਦੇ ਨਾਂ ਦੇ ਨਾਲ ਨਹੀਂ ਬੁਲਾ ਸਕਦੇ। ਕਿਉਂਕਿ ਜਦੋਂ ਅਸੀਂ ਯੂਨੀਵਰਸਿਟੀਜ਼ ਜਾਂ ਜੌਬਾਂ ਤੇ ਵੀ ਦੇਖਿਆ ਗਿਆ ਕਿ ਜਦੋਂ ਉਹਨਾਂ ਦੇ ਨਾਂ ਨਾਲ ਪੁਕਾਰਿਆ ਗਿਆ ਕਿ ਤੁਸੀਂ ਸ਼ਡਿਊਲ ਕਾਸਟ ਨੂੰ ਬਿਲੋਂਗ ਕਰਦੇ ਹੋ, ਤਾਂ ਉਹਨਾਂ ਨੂੰ ਸਕੂਲਾਂ ਕਾਲਜਾਂ ਵਿੱਚੋਂ ਕੱਢ ਦਿੱਤਾ ਗਿਆ, ਨੌਕਰੀਆਂ ਤੋਂ ਖੋਹ ਲਿਆ ਗਿਆ। ਜੇ ਕਾਨੂੰਨ ਉਹਨਾਂ ਤੇ ਲਾਗੂ ਕਰਦਾ ਤਾਂ ਸਾਡੇ ਪੋਲੀਟੀਕਲ ਲੀਡਰਾਂ ਤੇ ਵੀ ਕਰਨਾ ਚਾਹੀਦਾ। ਇਹ ਨਹੀਂ ਕਿ ਤੁਸੀਂ ਗੱਫੇ ਵੰਡ ਰਹੇ ਹੋ ਜਾਂ ਰਾਖਵਾਂਕਰਨ ਦੀ ਮੰਗ ਕਰ ਰਹੇ ਹੋ, ਪਰ ਤੁਸੀਂ ਉਹੀ ਜਾਤ ਪਾਤ ਨੂੰ ਫਿਰ ਆਪਣੇ ਪੋਲੀਟੀਕਲ ਏਜੰਡੇ ਦੇ ਲਈ ਵਰਤਣ ਦੀ ਗੱਲ ਕਰਦੇ ਆ। ਟਾਈਮ ਕਾਫੀ ਹੋ ਚੁੱਕਿਆ, ਹੁਣ ਸਾਨੂੰ ਤੁਹਾਤੋਂ ਇਜਾਜ਼ਤ ਲੈਣੀ ਪੈਣੀ ਆ। ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਨਾ ਚਾਹੂੰਗਾ ਕਿ ਇਸ ਪ੍ਰੋਗਰਾਮ ਸੰਬੰਧੀ ਆਪਣੇ ਵਿਚਾਰ ਜਾਂ ਸੁਝਾਅ ਸਾਨੂੰ ਹੇਠ ਲਿਖੇ ਈਮੇਲ ਐਡਰੈਸ ਜਾਂ ਫੋਨ ਨੰਬਰ ਤੇ ਜ਼ਰੂਰ ਦਿਆ ਕਰੋ। ਇਹਨਾਂ ਸੁਝਾਵਾਂ ਸਦਕਾ ਹੀ ਪ੍ਰੋਗਰਾਮ ਨੂੰ ਵਧੀਆ ਬਣਾਉਣ ਦੇ ਵਿੱਚ ਸਾਨੂੰ ਕਾਫੀ ਮਦਦ ਮਿਲਦੀ ਆ। ਇਹਨਾਂ ਸੁਝਾਵਾਂ ਦਾ ਸਾਨੂੰ ਹਮੇਸ਼ਾ ਹੀ ਇੰਤਜ਼ਾਰ ਰਹਿੰਦਾ। ਅਖੀਰ ਦੇ ਵਿੱਚ ਥੈਂਕ ਯੂ ਵੈਰੀ ਮੱਚ for joining us today.